ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਲਾ ਪਹਿਲਾ। ਸ੍ਰੀ ਰਾਗ ਮਹਲਾ ਪਹਿਲਾ। ਸੁਣੀ ਦੇਹ ਡਰਾਵਣੀ, ਸੁਣੀ ਦੇਹ ਡਰਾਵਣੀ। ਜਾ ਜੀਓ ਵਿੱਚ ਹੋ ਜਾਏ, ਜਾ ਜੀਓ ਵਿੱਚ ਹੋ ਜਾਏ। ਭਾਵੇਂ ਬਲੰਦੀ ਵਿੱਚ ਵੀ, ਭਾਵੇਂ ਬਲੰਦੀ ਵਿੱਚ ਵੀ। ਧੂ ਨਾਨਕ ਸਿਓ ਕਾਏ, ਧੂ ਨਾਨਕ ਸਿਓ ਕਾਏ। ਪੰਚੇ ਰੁਨੇ ਦੁੱਖ ਭਰੇ, ਪੰਚੇ ਰੁਨੇ ਦੁੱਖ ਭਰੇ। ਬਿਨ ਸੇ ਦੂਜੈ ਪਾਏ, ਬਿਨ ਸੇ ਦੂਜੈ ਪਾਏ। ਮੂੜੇ ਨਾਮ ਜਪੋ ਗੁਣ ਸਾਰ, ਮੂੜੇ ਨਾਮ ਜਪੋ ਗੁਣ ਸਾਰ। ਹਉ ਮੈਂ ਮਮਤਾ ਮੋਹਣੀ, ਹਉ ਮੈਂ ਮਮਤਾ ਮੋਹਣੀ। ਸਭ ਉੱਠੀ ਹੰਕਾਰ, ਸਭ ਉੱਠੀ ਹੰਕਾਰ। ਰਹਾਉ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਰਾਗ ਦੇ ਵਿੱਚ ਕੋਸ਼ਿਸ਼ ਕਰਦੇ ਹਾਂ। ਸੁਣੀ ਦੇਹ ਡਰਾਵਣੀ, ਜਾ ਜੀਓ ਵਿੱਚ ਹੋ ਜਾਏ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਜੋ ਇਹ ਦੇਹ ਹੈ, ਇਹਦੇ ਵਿੱਚੋਂ ਜਦੋਂ ਉਹ ਜੀਵ ਨਿਕਲ ਜਾਂਦਾ ਹੈ, ਚਲਾ ਜਾਂਦਾ ਹੈ, ਇਹੋ ਹੀ ਦੇਹ ਸੁਜੀ ਹੋ ਜਾਂਦੀ ਹੈ ਤੇ ਡਰਾਉਣੀ ਲੱਗਦੀ ਹੈ। ਘਰ ਕੀ ਨਾਰ ਬਹੁਤ ਹਿਤ ਜਾਸੋ ਸਦਾ ਰਹਿ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ ਪ੍ਰੇਮ ਪ੍ਰੇਮ ਕਰਾ। ਭਾਵੇਂ ਬਲੰਦੀ ਵਿੱਚ ਧੂ ਨਾਨਕ ਸਿਓ ਕਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਬਲੰਦੀ, ਸੱਚੇ ਪਾਤਸ਼ਾਹ ਜੀ ਕਹਿੰਦੇ ਅੱਗ 'ਚ ਸਾੜ ਦਿੱਤੀ ਜਾਂਦੀ ਹੈ, ਅੱਗ 'ਚ ਇਸ ਨੂੰ ਮੁੜ ਕੇ ਜਲਾ ਦਿੱਤਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਪੰਚੇ ਰੁਨੇ ਦੁੱਖ ਭਰੇ, ਬਿਨ ਸੇ ਦੂਜਾ ਪਾਏ। ਫਿਰ ਜਿਹੜੇ ਪੰਜ ਨੇ ਕਾਮ, ਕ੍ਰੋਧ, ਲੋਭ, ਹੰਕਾਰ, ਉਹ ਵੀ ਰੋਂਦੇ ਨੇ, ਦੁਖੀ ਹੁੰਦੇ ਨੇ ਕਿ ਸਾਰੀ ਉਮਰ ਇਹ ਦੂਜੇ ਭਾਏ ਦੇ ਵਿੱਚ ਹੀ ਜੁੜਿਆ ਹੈ। ਮੂੜੇ ਰਾਮ ਜਪੋ ਗੁਣ ਸਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਮੂਰਖਾ ਪਰਮਾਤਮਾ ਦਾ ਨਾਮ ਜਪਿਆ ਕਰ ਤੇ ਗੁਣਾਂ ਦਾ ਖਜ਼ਾਨਾ ਇਕੱਠਾ ਕਰ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮੂਰਖਾ ਕੀ ਕਰਿਆ ਕਰ, ਪਰਮਾਤਮਾ ਦਾ ਨਾਮ ਜਪਿਆ ਕਰ ਤੇ ਗੁਣ ਇਕੱਠੇ ਕਰ। ਜਾ ਕਉ ਆਏ ਸੋਈ ਬਿਹਾਜੋ, ਹਰ ਗੁਰ ਤੇ ਹਉ ਮੈਂ ਮਮਤਾ ਮੋਹਣੀ, ਸਭ ਉੱਠੀ ਹੰਕਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਉਮੈ ਤੇ ਮਮਤਾ, ਇਹ ਮਨ ਨੂੰ ਮੋਹਣੀਆਂ ਵਾਂਗੂ ਲੱਗੀਆਂ ਹੋਈਆਂ ਨੇ ਦੋਵੇਂ। ਸੱਚੇ ਪਾਤਸ਼ਾਹ ਕਹਿੰਦੇ ਸਭ ਉੱਠੀ ਹੰਕਾਰ, ਸਾਰੇ ਹੰਕਾਰ ਨੇ ਖਾ ਲਿਆ। ਹੰਕਾਰ ਦੇ ਬਸ ਵਿੱਚ ਹੈ ਸਾਰਾ ਸੰਸਾਰ, ਕਿਉਂਕਿ ਵੱਡਾ ਰੋਗ ਹੈ ਹਉਮੈ, ਦੀਰਘ ਰੋਗ ਹੈ, ਵੱਡਾ ਰੋਗ ਹੈ। ਰਹਾਉ ਰਹਾਉ ਜਿਨੀ ਨਾਮ ਵਿਸਾਰਿਆ, ਜਿਨੀ ਨਾਮ ਵਿਸਾਰਿਆ। ਦੂਜੀ ਕਾਰ ਲਗ, ਦੂਜੀ ਕਾਰ ਲਗ। ਦੁਬਦਾ ਲਾਗੇ ਪਚ ਹੋਏ, ਦੁਬਦਾ ਲਾਗੇ ਪਚ ਹੋਏ। ਅੰਤਰ ਤ੍ਰਿਸ਼ਨਾ ਅਗ, ਅੰਤਰ ਤ੍ਰਿਸ਼ਨਾ ਅਗ। ਗੁਰ ਰਾਖੇ ਸੇ ਉਬਰੇ, ਗੁਰ ਰਾਖੇ ਸੇ ਉਬਰੇ। ਹੋਰ ਮੁਠੀ ਤੰਦੈ ਠਗ, ਹੋਰ ਮੁਠੀ ਤੰਦੈ ਠਗ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਜਿਨੀ ਨਾਮ ਵਸਾਰਿਆ, ਜਿਨੀ ਨਾਮ ਵਸਾਰਿਆ। ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ
ਇੱਥੇ ਆ ਕੇ ਨਾਮ ਨੂੰ ਭੁਲਾ ਦਿੱਤਾ ਹੈ, ਵਿਸਾਰ ਦਿੱਤਾ ਹੈ। ਦੂਜੀ ਕਾਰ ਹੈ ਲੱਗ ਤੇ ਦੂਜੇ ਕੰਮ ਦੇ ਵਿੱਚ ਲੱਗ ਚੁੱਕੇ ਹਨ। ਦੂਜੀ ਕਾਰ ਕਿਹੜੀ ਹੈ? ਨਾਮ ਨੂੰ ਭੁਲਾ ਕੇ ਜੋ ਵੀ ਕਰਦੇ ਹਨ ਦੂਜੀ ਕਾਰ ਹੈ। ਜੋ ਵੀ ਕਰਦੇ ਨਾਮ ਨੂੰ ਭੁਲਾ ਕੇ ਭਾਵੇਂ ਕੋਈ ਪੂਜਾ ਅਰਚਾ ਵੀ ਕਰ ਰਿਹਾ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕਾਰ ਕਿਹੜੀ ਹੈ? ਦੂਜੀ ਕਾਰ। ਦੁਬਿਧਾ ਲਾਏ ਵੇ ਪਚ ਹੋਏ ਅੰਤਰ ਤ੍ਰਿਸ਼ਨਾ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਦੁਬਿਧਾ ਦੇ ਨਾਲ ਲੱਗ ਕੇ ਕਹਿੰਦੇ ਪਚ ਕੇ ਮਰ ਰਿਹਾ, ਦੁਖੀ ਹੋ ਕੇ ਜੀ ਮਰ ਰਿਹਾ। ਦੁਬਿਧਾ ਬੌਰੀ ਮਨ ਬੌਰਾਇਆ ਦੂਜੇ ਪਾਏ ਜਨਮ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੁਬਿਧਾ ਕੀ ਪੈਦਾ ਹੁੰਦਾ ਹੈ? ਕਹਿੰਦੇ ਅੰਦਰ ਤ੍ਰਿਸ਼ਨਾ ਦੀ ਅੱਗ ਪੈਦਾ, ਇੱਕ ਅੱਗ ਹੈ ਅੰਦਰ ਬੜ ਰਹੀ ਤ੍ਰਿਸ਼ਨਾ ਦੀ। ਇੱਕ ਸੱਚੇ ਪਾਤਸ਼ਾਹ ਜੀ ਕਹਿੰਦੇ ਦੁਬਿਧਾ ਅੰਦਰ ਤੰਗ ਕਰ ਰਹੀ, ਖਾਬ ਖਾਈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਵੱਡੇ ਰੋਗ, ਹਉਮੈ ਦਾ ਰੋਗ ਹੈ, ਹੰਕਾਰ ਦਾ ਰੋਗ ਹੈ। ਸੱਚੇ ਪਾਤਸ਼ਾਹ ਕਹਿੰਦੇ ਦੁਬਿਧਾ ਦਾ ਰੋਗ ਹੈ। ਦੁਬਿਧਾ 'ਚ ਸੰਸਾਰ ਪਚ ਕੇ ਮਰ ਰਿਹਾ। ਤ੍ਰਿਸ਼ਨਾ ਦੀ ਅੱਗ 'ਚ ਕਹਿੰਦੇ ਜਲ ਕੇ ਮਰ ਰਿਹਾ ਸੰਸਾਰ, ਦੁਖੀ ਹੋ ਰਿਹਾ। ਬਚਿਆ ਕੌਣ? ਗੁਰ ਰਾਖੇ ਸੇ ਉਬਰੇ, ਗੁਰ ਰਾਖੇ ਸੇ ਉਬਰੇ। ਹੋਰ ਮੁੱਠੀ ਧੰਦਾ ਠੱਗ, ਹੋਰ ਮੁੱਠੀ ਧੰਦਾ ਠੱਗ। ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਜਾਏ, ਗੁਰੂ ਨੇ ਉਹਨਾਂ ਨੂੰ ਬਚਾ ਲਿਆ। ਉਹਨਾਂ ਨੂੰ ਗੁਰੂ ਨੇ ਮਾਰਗ ਦੱਸ ਦਿੱਤਾ ਹੈ, ਰਸਤਾ ਦੱਸ ਦਿੱਤਾ ਹੈ। ਗੁਰੂ ਨੇ ਸ਼ਬਦ ਦੇ ਦਿੱਤਾ ਹੈ, ਇਸ ਸ਼ਬਦ ਦੇ ਨਾਲ ਜੁੜ ਕੇ ਤੁਸੀਂ ਬਚ ਸਕਦੇ ਹੋ ਤ੍ਰਿਸ਼ਨਾ ਦੀ ਅੱਗ ਤੋਂ, ਦੁਬਿਧਾ ਤੋਂ, ਹਉਮੈ ਤੋਂ। ਕਹਿੰਦੇ ਤੁਸੀਂ ਕਿਵੇਂ ਬਚ ਸਕਦੇ ਹੋ? ਕਹਿੰਦੇ ਜੇਕਰ ਤੁਸੀਂ ਸਿਮਰਨ ਕਰੋਗੇ, ਨਾਮ ਜਪੋਗੇ। ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦਾ ਠੱਗ। ਕਹਿੰਦੇ ਹੋਰ ਸਾਰਿਆਂ ਨੂੰ ਧੰਦੇ ਨੇ ਠੱਗ ਲਿਆ। ਧੰਦੇ ਦੇ ਵਿੱਚ ਠੱਗਿਆ ਗਿਆ ਸੰਸਾਰ, ਕਿ ਧੰਦੇ ਨੂੰ ਸਭ ਕੁਝ ਸਮਝ ਕੇ ਬਹਿ ਗਿਆ। ਧੰਦੇ ਨੂੰ, ਨਾਮ ਨੂੰ ਵਿਸਾਰ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਉਹੋ ਹੀ ਬਚੇ ਜਿਨ੍ਹਾਂ ਨੂੰ ਗੁਰੂ ਨੇ ਰੱਖਿਆ। ਮੋਈ ਪ੍ਰੀਤ ਪਿਆਰ, ਮੋਈ ਪ੍ਰੀਤ ਪਿਆਰ। ਮੋਈ ਪ੍ਰੀਤ ਪਿਆਰ ਗਿਆ, ਮੋਈ ਪ੍ਰੀਤ ਪਿਆਰ ਗਿਆ। ਹੁਆ ਵੈਰ ਵਿਰੋਧ, ਹੁਆ ਵੈਰ ਵਿਰੋਧ। ਧੰਦਾ ਥੱਕਾ ਹੋ ਮੋਈ, ਧੰਦਾ ਥੱਕਾ ਹੋ ਮੋਈ। ਮਮਤਾ ਮਾਇਆ ਕਰੋਧ, ਮਮਤਾ ਮਾਇਆ ਕਰੋਧ। ਕਰਮ ਮਿਲੈ ਸੱਚ ਪਾਈਐ, ਕਰਮ ਮਿਲੈ ਸੱਚ ਪਾਈਐ। ਗੁਰਮੁਖ ਸਦਾ ਨਿਰੋਧ, ਗੁਰਮੁਖ ਸਦਾ ਨਿਰੋਧ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੋਈ ਪ੍ਰੀਤ ਪਿਆਰ ਗਿਆ, ਮੋਆ ਵੈਰ ਵਿਰੋਧ। ਧੰਦਾ ਥੱਕਾ ਹੋਏ ਮਮਤਾ ਮਾਇਆ ਕਰੋਧ। ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਹੋਇਆ? ਕਹਿੰਦੇ ਪ੍ਰੀਤ, ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਏ, ਗੁਰੂ ਨੇ ਕਿਹਾ ਪਿਆਰ ਕਰੋ, ਪ੍ਰੀਤ ਕਰੋ, ਪ੍ਰੀਤ ਪਾਓ, ਸ਼ਬਦ ਨਾਲ ਪ੍ਰੀਤ ਪਾਓ, ਗੁਰੂ ਦੀ ਬਾਣੀ ਦੇ ਨਾਲ ਪ੍ਰੀਤ ਪਾਓ। ਉਹਦੇ ਨਾਲ ਕੀ ਹੋਇਆ? ਵੈਰ ਤੇ ਵਿਰੋਧ ਦੂਰ ਹੋ। ਵੈਰ ਤੇ ਵਿਰੋਧ, ਜਿਹੜਾ ਅੰਦਰ ਆਪ ਖਾਈ ਵੈਰ ਵਿਰੋਧ ਕਿੰਨਾ ਦੁਖੀ ਕਰਦਾ। ਭਰਾ ਨਾਲ ਵੈਰ ਵਿਰੋਧ ਕਰੀ ਜਾ ਰਿਹਾ, ਇੰਨਾ ਜ਼ਿਆਦਾ ਫੈਲਿਆ ਹੋਇਆ। ਤੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਪ੍ਰੀਤ ਕੀਤੀ ਸ਼ਬਦ ਦੇ ਨਾਲ, ਤੇ ਸ਼ਬਦ ਦੇ ਵਿੱਚੋਂ ਫਿਰ ਕਿਰਪਾ ਹੋਈ, ਵੈਰ ਤੇ ਵਿਰੋਧ। ਧੰਦਾ ਥੱਕਾ
ਹਉ ਹੋਈ ਮਮਤਾ ਮਾਇਆ ਕਰੋੜ। ਸੱਚੇ ਪਾਤਸ਼ਾਹ ਜੀ ਕਹਿੰਦੇ ਧੰਦਾ ਥੱਕਾ। ਹਉ ਹੋਈ ਕਹਿੰਦੇ ਕੀ ਹੋਇਆ? ਜਦੋਂ ਪਤਾ ਲੱਗਾ ਕਿ ਧੰਦਾ ਕਰਨਾ ਕਿਹੜਾ, ਤੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਕੀ ਹੋਇਆ? ਕਹਿੰਦੇ ਹਉ ਹੋਈ ਮੈਂ ਮੇਰੀ ਦੂਰ, ਮਮਤਾ ਮਾਇਆ ਕਰੋਧ, ਇਹ ਵੀ ਬੱਠੇ ਪੈ ਗਏ। ਪ੍ਰੀਤ ਕਰਨ ਦੇ ਨਾਲ, ਪਿਆਰ ਕਰਨ ਦੇ ਨਾਲ, ਸ਼ਬਦ ਦੇ ਨਾਲ ਕਰਮ ਮਿਲਾ ਸੱਚ ਪਾਈ। ਸੱਚੇ ਪਾਤਸ਼ਾਹ ਕਹਿੰਦੇ ਬਖਸ਼ਿਸ਼ ਹੋਈ ਤੇ ਸੱਚ ਦੇ ਨਾਲ ਪਿਆਰ ਪੈ ਗਿਆ। ਸੱਚ ਕੌਣ ਹੈ? ਪਰਮਾਤਮਾ। ਸੱਚ ਦੇ ਨਾਲ ਪਿਆਰ ਪੈ ਗਿਆ। ਗੁਰਮੁਖ ਸਦਾ ਨਿਰੋਲ। ਗੁਰਮੁਖ ਫਿਰ ਸਦਾ ਹੀ ਆਨੰਦ ਬਲ ਸਮਝ ਰਹੇ। ਜਦੋਂ ਬਖਸ਼ਿਸ਼ ਹੋਈ, ਸੱਚ ਨਾਲ ਪਿਆਰ ਪੈ ਗਿਆ, ਤੇ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਸਦਾ ਹੀ ਆਨੰਦ ਅਵਸਥਾ ਚ ਰਹੇ। ਸੱਚੀ ਕਾਰ ਸੱਚ ਮਿਲੈ, ਸੱਚੀ ਕਾਰ ਸੱਚ ਮਿਲੈ। ਗੁਰਮਤਿ ਪੱਲੇ ਪਾਏ, ਗੁਰਮਤਿ ਪੱਲੇ ਪਾਏ। ਸੋ ਨਰ ਜਮੈ ਨਾ ਮਰੈ, ਸੋ ਨਰ ਜਮੈ ਨਾ ਮਰੈ। ਨਾ ਆਵੈ ਨਾ ਜਾਏ, ਨਾ ਆਵੈ ਨਾ ਜਾਏ। ਨਾਨਕ ਦਰ ਪ੍ਰਧਾਨ ਸੋ, ਨਾਨਕ ਦਰ ਪ੍ਰਧਾਨ ਸੋ। ਦਰਗਹਿ ਪੈਂਦਾ ਜਾਏ, ਦਰਗਹਿ ਪੈਂਦਾ ਜਾਏ। ਸੱਚੀ ਕਾਰ ਹੈ ਸੱਚ ਮਿਲੈ। ਸੱਚੀ ਕਾਰ ਹੈ। ਸੱਚੀ ਕਾਰ ਕਿਹੜੀ? ਨਾਮ ਜਪਣਾ, ਗੁਰੂ ਦੀ ਸੰਗਤ ਕਰਨੀ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੱਚੀ ਕਾਰ ਹੈ। ਗੁਰਮਤਿ ਪੱਲੇ ਪਾਏ। ਜਦੋਂ ਗੁਰੂ ਦੀ ਮੱਤ ਧਾਰਨ ਕਰਦਾ ਜੀ, ਸੱਚੇ ਪਾਤਸ਼ਾਹ ਕਹਿੰਦੇ ਫਿਰ ਸੱਚੀ ਕਾਰ ਹੀ ਲੱਗ ਜਾਂਦਾ, ਕਿਉਂਕਿ ਗੁਰੂ ਸੱਚੀ ਕਾਰ ਦੇ ਨਾਲ ਜੋੜਦਾ। ਤੇ ਜਿਹੜੀ ਦੁਰਮਤ ਆ, ਭੈੜੀ ਮੱਤ ਹੈ, ਉਹ ਸੱਚ ਨਾਲੋਂ ਤੋੜਦੀ ਹੈ, ਝੂਠ ਨਾਲ ਜੋੜਦੀ ਹੈ, ਕੂੜ ਨਾਲ ਜੋੜਦੀ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੱਚੀ ਕਾਰ ਹੈ ਸੱਚ ਮਿਲੈ। ਗੁਰਮਤ ਪੱਲੇ ਪਾਏ। ਜਿਨ੍ਹਾਂ ਨੇ ਗੁਰਮਤ ਨੂੰ ਪੱਲੇ ਦੇ ਨਾਲ ਬੰਨ੍ਹ ਲਿਆ, ਪੱਲੇ ਪੈ ਗਈ ਜਿਨ੍ਹਾਂ ਦੇ ਅੰਦਰ ਗੁਰਮਤ ਵਸ ਗਈ, ਉਹ ਸੱਚੀ ਕਾਰ ਕਰਨ ਲੱਗ ਪਏ, ਤੇ ਉਹਨਾਂ ਨੂੰ ਉਹ ਸੱਚੀ ਹਰੀ ਪਰਮਾਤਮਾ ਮਿਲ ਗਿਆ। ਸੱਚੇ ਨਾਲ ਪਿਆਰ ਹੋ ਗਿਆ ਨਾ, ਸੱਚੇ ਨਾਲ ਮਿਲ ਕੇ। ਕੌਣ? ਜਿਨ੍ਹਾਂ ਨੇ ਗੁਰਮਤ ਨੂੰ ਧਾਰਨ ਕੀਤਾ। ਗੁਰਮਤ ਕੀ ਹੈ? ਇੱਕ ਗੁਰਮਤ ਹੈ, ਇੱਕ ਦੁਰਮਤ ਹੈ, ਇੱਕ ਮਨਮਤ ਹੈ। ਜਿਹੜੀ ਮਨ ਦੇ ਆਖੇ ਲੱਗ ਕੇ ਕਰਦਾ ਮਨੁੱਖ ਨੂੰ ਮਨਮਤ ਕਹਿੰਦੇ। ਦੁਰਮਤ ਭੈੜੀ ਮਤ, ਇਹ ਹਰ ਵੇਲੇ ਪੰਜਾਂ ਦੇ ਨਾਲ ਜੁੜ ਕੇ, ਉਹ ਪੰਜਾਂ ਦੇ ਆਖੇ ਲੱਗ ਕੇ ਕੀ ਕਰਦਾ ਹੈ? ਭੈੜੀ ਮਤ ਨੂੰ ਗ੍ਰਹਿਣ ਕਰਦਾ। ਤੇ ਗੁਰਮਤ ਕੀ ਹੈ? ਗੁਰੂ ਦੀ ਬਾਣੀ, ਗੁਰੂ ਕੋਲੋਂ ਸਿੱਖਣਾ ਹੈ। ਗੁਰੂ ਦੇ ਕਹੇ ਅਨੁਸਾਰ ਗੁਰੂ ਜੀ ਕਹਿੰਦੇ ਨਾਮ ਜਪੋ, ਨਾਮ ਜਪਣਾ ਹੈ। ਗੁਰੂ ਜੀ ਕਹਿੰਦੇ ਨਿੰਦਿਆ ਚੁਗਲੀ ਛੱਡ ਦਿਓ, ਛੱਡ ਦੇਣੀ ਹੈ। ਦੁਬਿਧਾ ਛੱਡ ਦੇਣੀ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇਸ ਜਾਏ। ਕਹਿੰਦੇ ਜਿਨ੍ਹਾਂ ਦੀ ਭੈੜੀ ਮੱਤ ਨਹੀਂ, ਜਿਹੜੇ ਛੱਡਦੇ, ਕਹਿੰਦੇ ਉਹ ਭਾਵੇਂ ਜਿੰਨੇ ਮਰਜ਼ੀ ਜਪ ਤਪ ਕਰਨ, ਜਿੰਨੇ ਮਰਜ਼ੀ ਆਪਣੇ ਆਪ 'ਚ ਧਾਰਮਿਕ ਕਰਮ ਕਰਨ, ਤੇ ਸੱਚੇ ਪਾਤਸ਼ਾਹ ਕਹਿੰਦੇ ਜੇ ਅੰਦਰ ਦੁਬਿਧਾ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਧਰਮ ਰਾਹ ਸਜਾ ਦੇਵੇਗਾ। ਹੁਣ ਆਪਾਂ ਧਰਮੀ ਵੀ ਅਖਵਾਉਂਦੇ ਹਾਂ ਤੇ ਦੁਰਮਤ ਵੀ ਨਹੀਂ ਛੱਡਦੇ। ਤੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੁਸੀਂ ਧਰਮੀ ਕਾਹਦੇ ਜੇ ਤੁਹਾਨੂੰ ਧਰਮਰਾਜ ਨੇ ਸਜਾ ਹੀ ਦਿੱਤੀ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨਿੰਦਿਆ ਨਹੀਂ ਕਰਨੀ, ਨਿੰਦਿਆ ਕਰਨ ਵਾਲੇ ਦਾ ਮੂੰਹ ਕਾਲਾ ਹੁੰਦਾ। ਨਿੰਦਾ ਭਲੀ ਕਿਸੇ ਕੀ ਨਾ ਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦਕਾਂ। ਹੁਣ ਗੁਰੂ ਨੇ ਸਿੱਖ ਨੂੰ ਆਪਣੇ ਨੂੰ ਵੱਖਰਾ ਕੀਤਾ ਹੈ। ਗੁਰੂ ਨੇ ਐਡੀ ਉੱਡੀ ਸੰਸਾਰ ਇਹਨਾਂ ਕਰਮਾਂ 'ਚ ਖਚਤ ਹੈ। ਸੰਸਾਰ ਜਿੰਨਾ ਚਿਰ ਦੁਬਿਧਾ ਚੁਗਲੀ ਨਿੰਦਿਆ ਕਰਨ ਨਾ ਰਵੇ, ਸੰਸਾਰ ਨੂੰ ਰੋਟੀ ਨਹੀਂ ਬਚਦੀ ਮਨਮੁਖ ਨੂੰ। ਤੇ ਹੁਣ ਗੁਰੂ ਸਾਡਾ ਕਹਿੰਦਾ ਇਹ ਮਨਾ ਹੈ।
ਤੇ ਜੇ ਬਾਣੀ ਪੜ੍ਹੀ ਵੀ ਗਏ, ਸਹਿਜ ਪਾਠ ਨਿਕਲ ਹੀ ਕਰ ਲਏ, ਰੋਜ਼ ਬਾਣੀ ਪੜ੍ਹੀ, ਪਰ ਜੇ ਇਹ ਵੱਡੇ ਵੱਡੇ ਰੋਗ ਹੀ ਨਾ ਛੱਡੇ, ਜਿੰਨੇ ਸਾਨੂੰ ਸਜ਼ਾਵਾਂ ਦੇਣੀਆਂ ਜੇ ਉਹ ਹੀ ਨਾ ਛੱਡੇ, ਤੇ ਕੀ ਫਾਇਦਾ ਹੋਇਆ? ਗੁਰਮਤਿ ਨੂੰ ਕੀ ਧਾਰਨੀ? ਸੱਚੇ ਪਾਤਸ਼ਾਹ ਕਹਿੰਦੇ ਛੱਡਣੀ ਨਿੰਦਿਆ ਤੇ ਦੁਬਦਾ। ਕਹਿੰਦੇ ਜਦੋਂ ਇਹ ਛੱਡ ਦੋਗੇ, ਕਹਿੰਦੇ ਹਲੇਮੀ ਰਾਜ ਆ ਜਾਏ, ਹਲੇਮੀ ਰਾਜ। ਹੁਣ ਦੁਬਦਾ ਹੈ ਕੀ? ਕਹਿੰਦੇ ਦੁਬਦਾ ਬੌਰੀ, ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ। ਕਹਿੰਦੇ ਦੁਬਦਾ ਕੀ? ਬੌਰੀ ਕਹਿੰਦੇ ਆ ਸ਼ਦਾਇਣ ਨੂੰ। ਕਹਿੰਦੇ ਦੁਬਦਾ ਕੀ ਕਰਦੀ ਹੈ? ਮਨ ਨੂੰ। ਦੁਬਦਾ ਬੌਰੀ, ਮਨ ਬੌਰਾਇਆ। ਦੁਬਦਾ ਸ਼ਦਾਇਣ ਹੈ, ਮਨ ਨੂੰ ਸ਼ਦਾਈ ਕਰਦੀ ਹੈ, ਮਨ ਨੂੰ ਕਮਲਾ ਕਰਦੀ ਹੈ। ਤੇ ਜਿਹਨੇ ਸਾਨੂੰ ਕਮਲਾ ਕਰ ਦੇਣਾ, ਜਿਹੜੀ ਚੀਜ਼ ਨੇ ਸਾਨੂੰ ਸ਼ਦਾਈ ਕਰ ਦੇਣਾ, ਉਹਨੂੰ ਛੱਡਣ 'ਚ ਹੀ ਭਲਾ ਹੈ। ਪਰ ਜਦੋਂ ਗੁਰੂ ਦੀ ਸ਼ਰਨ ਜਾਵਾਂਗੇ, ਜਦੋਂ ਗੁਰੂ ਦੀ ਮਦਦ ਲਵਾਂਗੇ, ਫੇਰ ਹੀ ਭੇਦ ਆਊ। ਜਦੋਂ ਗੁਰੂ ਦੀ ਸ਼ਰਨ 'ਚ ਹੀ ਨਹੀਂ ਆਏ ਤੇ ਪਤਾ ਹੀ ਨਹੀਂ ਦੁਬਦਾ ਹੁੰਦੀ ਗਈ ਆ। ਕਹਿੰਦੇ ਲੈ, ਉਹ ਤੇ ਮੇਰਾ ਏਡਾ ਬਾਰੀ, ਮੈਂ ਉਹਨੂੰ ਕਿਵੇਂ ਬਖਸ਼ਾਂ? ਹੈ ਖਾ ਦੀ ਦੁਬਦਾ। ਫਿਰ ਗੁਰੂ ਸਾਹਿਬ ਜੀ ਨੇ ਆਪਣੇ ਫਿਰ ਵੱਖਰੇ ਕਰਦੇ ਨੇ। ਤਾਂ ਹੀ ਕਹਿੰਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਤਾਂ ਹੀ ਨਹੀਂ ਜੋੜ ਆਉਂਦਾ। ਭਗਤ ਬੈਠੇਗਾ ਉਹਨਾਂ ਲਾਗੇ, ਉਹਨਾਂ ਚੁਗਲੀਆਂ ਨਿੰਦਿਆ ਕਰਨੀ ਹੈ ਮਨਮੁਖ। ਤੇ ਭਗਤ ਕਹਿੰਦਾ ਵੀ ਇਹ ਮਨਾ ਵਾ, ਭਗਤ ਉਹ ਸੁਣਨੀ ਨਹੀਂ ਚਾਹੁੰਦਾ, ਕਰਦਾ ਨਹੀਂ। ਉਹ ਕਹਿੰਦੇ ਆ ਵੀ ਨਹੀਂ ਸਾਡੀ ਖੁਰਾਕ ਹੀ ਹੈ। ਗੁਰਮੁਖ ਕਹਿੰਦੇ ਨੇ ਆਓ ਸਿਫਤਸਲਾ ਕਰੀਏ, ਉਹ ਕਹਿੰਦੇ ਉੱਥੋਂ ਭੱਜਦੇ। ਜਦੋਂ ਤੁਸੀਂ ਸਿਫਤਸਲਾ ਕਰ ਲਓਗੇ ਕੋਈ ਭੱਜਣਗੇ, ਤੇ ਜਦੋਂ ਚੁਗਲੀ ਨਿੰਦਿਆ ਕਰਨਗੇ, ਜੇ ਤੁਸੀਂ ਹੁੰਗਾਰਾ ਭਰਦਾ ਠੀਕ ਆ, ਨਹੀਂ ਤੇ ਕਹਿਤਾ ਵੀ ਫਿਰ ਉਹ ਕਹਿੰਦੇ ਵੀ ਸਾਡੀ ਤੁਹਾਡੇ ਨਾਲ ਸਾਂਝ ਕਰੀ। ਇਸ ਕਰਕੇ ਤਾਂ ਹੀ ਸੱਚੇ ਪਾਤਸ਼ਾਹ ਨੇ ਹੁਣ ਆਪਾਂ ਗੁਰੂ ਦੀ ਮੱਤ ਨੂੰ ਧਾਰਨ ਕਰਦੇ, ਗੁਰੂ ਦੀ ਸ਼ਰਨ 'ਚ ਬੈਠਦੇ। ਸੋ ਨਰ ਜਮੈ ਨਾ ਮਰੈ, ਸੋ ਨਰ ਜਮੈ ਨਾ ਮਰੈ, ਨਾ ਆਵੈ ਨਾ ਜਾਏ, ਨਾ ਆਵੈ ਨਾ ਜਾਏ। ਇਹਨਾਂ ਨੇ ਗੁਰਮਤਿ ਨੂੰ ਪੱਲੇ ਨਾਲ ਬੰਨ੍ਹ ਲਿਆ, ਸੱਚੀ ਕਾਰ ਕਰਨ ਲੱਗ ਪਏ, ਸੱਚ ਨਾਲ ਮੇਲ ਹੋ ਗਿਆ। ਸੱਚੇ ਪਾਤਸ਼ਾਹ ਕਹਿੰਦੇ ਉਹ ਨਰ ਨਾ ਜੰਮੇਗਾ ਨਾ ਮਰੇਗਾ, ਨਾ ਆਵੇਗਾ ਨਾ ਜਾਵੇਗਾ। ਹੁਣ ਆਪਾਂ ਰੋਜ਼ ਗੁਰੂ ਦੀ ਸ਼ਰਨ 'ਚ ਆ ਰਹੇ ਹਾਂ, ਸਹਿਜ ਪਾਠ ਚੱਲ ਰਿਹਾ ਹੈ। ਸਹਿਜ ਪਾਠ ਕਹਿਣ ਤੋਂ ਭਾਵ ਅੱਖਰ ਅੱਖਰ ਪਿਆਰ ਨਾਲ ਪੜ੍ਹ ਰਹੇ ਹਾਂ। ਹਾਂਜੀ, ਤੇ ਇਹਨਾਂ ਦੇ ਕੋਲ ਗੁਰੂ ਸਾਹਿਬ, ਗੁਰੂ ਦਾ ਖਿਤਾਬ ਹੈ, ਸਤਿਗੁਰੂ ਨੇ ਸਾਡੇ। ਉਹਨਾਂ ਦੇ ਬਚਨਾਂ ਨੂੰ ਆਪਾਂ ਧਿਆਨ ਨਾਲ, ਬੜੇ ਪਿਆਰ ਨਾਲ, ਸਹਿਜੇ ਸਹਿਜੇ ਪੜ੍ਹ ਰਹੇ ਹਾਂ। ਸਹਿਜ ਪਾਠ ਨੂੰ ਕਹਿੰਦੇ ਸਹਿਜੇ ਸਹਿਜੇ ਪੜ੍ਹਨਾ। ਤੇ ਆਪਾਂ ਨਾਲ ਕੋਸ਼ਿਸ਼ ਕਰ ਰਹੇ ਹਾਂ, ਵਿਚਾਰ ਵਿਚਾਰ ਕੇ ਪੜ੍ਹ ਰਹੇ ਹਾਂ। ਤੇ ਆਪਾਂ ਕੀ ਕਰ ਰਹੇ ਹਾਂ? ਗੁਰੂ ਕੋਲੋਂ ਗੁਰੂ ਦੀ ਮੱਤ ਲੈ ਰਹੇ ਹਾਂ। ਹੁਣ ਗੁਰੂ ਦੀ ਮੱਤ ਧਾਰਨ ਕਰਨੀ ਆ ਤੇ ਦੁਰਮਤ ਛੱਡਣੀ ਹੈ, ਭੈੜੀ ਮੱਤ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਜਿਹੜੇ ਫਿਰ ਇਸ ਕਰਮ 'ਚ ਪਰਪੱਕ ਹੋ ਜਾਣਗੇ, ਗੁਰਮਤ ਨੂੰ ਧਾਰਨ ਕਰ ਲੈਣਗੇ, ਦੁਰਮਤ ਮਾੜੀ ਮੱਤ ਨੂੰ ਛੱਡ ਦੇਣਗੇ। ਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਨਰ ਨਾ ਜੰਮੇਗਾ ਤੇ ਨਾ ਮਰੇਗਾ, ਨਾ ਆਵੇਗਾ ਤੇ ਨਾ ਜਾਵੇਗਾ। ਹੁਣ ਜੰਮਣ ਮਰਨ ਕਿਵੇਂ ਕੱਟਿਆ ਜਾਣਾ? ਕਹਿਣ ਤੋਂ ਭਾਵ ਗੁਰੂ ਦੀ ਮੱਤ ਤੋਂ ਬਿਨਾਂ ਨਹੀਂ ਕੱਟਿਆ ਜਾਣਾ। ਜੋ ਕੁਝ ਮਰਜ਼ੀ ਕਰ ਲੈ, ਗੁਰਮੱਤ ਦੀ, ਗੁਰੂ ਦੀ ਮੱਤ ਦੇ ਵਿੱਚ ਇੰਨੀ ਸ਼ਕਤੀ ਹੈ। ਤੇ ਗੁਰੂ ਨੇ ਮੱਤ ਜਿਹੜੀ ਵੀ ਦੇਣੀ ਸਾਨੂੰ ਅੱਛੀ ਦੇਣੀ ਹੈ, ਸਾਡਾ ਭਲਾ ਕਰਨਾ ਹੈ। ਤੇ ਜੇ ਆਪਾਂ ਸਹਿ ਸੁਭਾਏ ਮੰਨ ਕੇ ਤੁਰੇ ਜਾਂਦੇ ਹੌਲੀ ਹੌਲੀ ਗੁਰੂ ਦੇ ਆਸਰੇ ਨਾਲ, ਤੇ ਫਿਰ ਕੀ ਬਣ ਜਾਂਦੇ ਆ? ਗੁਰਸਿੱਖ। ਗੁਰਸਿੱਖ, ਗੁਰੂ ਦੀ ਸਿੱਖਿਆ ਵਾਲੇ ਨੂੰ ਗੁਰਸਿੱਖ ਕਹਿੰਦੇ। ਸਿੱਖ ਨਾਮ ਹੈ ਸਿੱਖਣ ਦਾ, ਸਿੱਖੀ ਸਿੱਖਿਆ, ਗੁਰ ਵਿਚਾਰ। ਗੁਰੂ ਦੀ ਵਿਚਾਰ ਨੂੰ ਸਿੱਖ ਨੇ ਸਿੱਖਣਾ ਹੈ। ਗੁਰੂ ਦੀ ਵਿਚਾਰ ਧਾਰਾ ਅਨੁਸਾਰ ਜੀਵਨ ਨੂੰ ਢਾਲਣਾ ਸਿੱਖੀ ਹੈ। ਸਿੱਖ ਦੁਬਦਾ ਨਹੀਂ ਕਰਦਾ, ਸਿੱਖ ਚੁਗਲੀ ਨਿੰਦਿਆ ਨਹੀਂ ਕਰਦਾ। ਇਹਨਾਂ ਚੀਜ਼ਾਂ ਨੂੰ ਛੱਡਾਂਗੇ ਤੇ ਕਿਰਪਾ ਆਟੋਮੈਟਿਕ ਹੋ ਜਾਣੀ। ਜਦੋਂ ਗੰਦ ਛੱਡ ਦਿੱਤਾ, ਫਿਰ ਪਰਹੇਜ ਦੇ ਨਾਲ ਦਵਾਈ ਥੋੜ੍ਹੀ ਵੀ ਖਾਧੀ ਜਾਈ ਤੇ ਕੰਮ ਜ਼ਿਆਦਾ ਕਰਦੀ ਹੈ। ਪਰਹੇਜ ਨਹੀਂ ਕੀਤਾ, ਦਵਾਈ ਕਿੰਨੀ ਵਧੀਆ ਹੋਵੇ ਅਸਰ ਨਹੀਂ ਕਰਦੀ।
ਹੁਣ ਨਾਮ ਤੇ ਉੱਪਰ ਹੈ, ਬਾਣੀ ਤੇ ਸਭ ਤੋਂ ਉੱਚੀ ਹੈ, ਨਾਮ ਤੇ ਵਿਸ਼ੇਸ਼ ਹੈ। ਪੜ੍ਹਦੇ ਵੀ ਆ, ਜਪਦੇ ਵੀ ਆ, ਪਰ ਉਹ ਪਰਹੇਜ਼ ਨਹੀਂ ਕਰਦੇ। ਪਰਹੇਜ਼ ਨਾ ਕਰਨ ਕਰਕੇ ਵੱਡੀਆਂ ਵੱਡੀਆਂ ਛੱਡੇ ਜਾਂਦੇ, ਗੁਰੂ ਜੀ ਦੀ ਹਜ਼ੂਰੀ 'ਚ ਚੁਗਲੀ ਨਿੰਦਿਆ ਕਰੀ ਜਾਂਦੇ ਇੱਕ ਦੂਜੇ। ਇਸ ਕਰਕੇ ਮਹਾਰਾਜ ਨੇ ਜਿਹੜਾ ਪਰਹੇਜ਼ ਦਿੱਤਾ ਹੈ ਉਹ ਆਪਾਂ ਸਾਰਿਆਂ ਨੇ ਧਿਆਨ 'ਚ ਲਿਆਉਣਾ, ਕਿਉਂਕਿ ਇਕੱਲਾ ਸੁਣਨਾ ਨਹੀਂ, ਇਕੱਲਾ ਪੜ੍ਹਨਾ ਨਹੀਂ। ਪਰਹੇਜ਼ ਕਰਾਂਗੇ ਤੇ ਪਿੰਡ ਦੇ ਵਿੱਚ ਸ਼ਾਂਤੀ ਆਏਗੀ। ਆਪਾਂ ਬਦਲਾਂਗੇ, ਹੋਰ ਬਦਲਣਗੇ। ਹਾਂਜੀ, ਆਪਾਂ ਨਾ ਬਦਲੇ ਤੇ ਹੋਰਨਾਂ ਨੇ ਕੀ ਬਦਲਣਾ। ਹਾਂਜੀ, ਸਮਾਜ ਨੂੰ ਬਦਲਣ ਵਾਸਤੇ ਪਹਿਲਾਂ ਆਪਣੇ ਆਪ ਨੂੰ ਬਦਲਣਾ ਪੈਂਦਾ। ਹਾਂਜੀ, ਸਮਾਜ ਸੁਧਾਰ ਸੇਵਾ ਸੁਸਾਇਟੀਆਂ ਇਸ ਤਰ੍ਹਾਂ ਨਾ ਰੱਖੇ ਗਏ। ਜਦੋਂ ਆਪਣੇ ਆਪ ਨੂੰ ਸੁਧਾਰ ਲਾਂਗੇ, ਸਮਾਜ ਵੀ ਸੁਧਰ ਜਾਏਗਾ। ਗੁਰੂ ਨਾਨਕ ਸਾਹਿਬ ਜੀ ਦੇ ਭਗਤਾਂ ਨੇ ਪਹਿਲਾਂ ਆਪਣੇ ਆਪ ਨੂੰ ਸਵਾਰਿਆ। ਕਹਿੰਦੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਜੇ ਤੂੰ ਮੇਰਾ ਹੋਏ ਰਹੇ ਸਭ ਜਗ। ਨਾਮ ਜਪਣਾ, ਪਰਹੇਜ਼ ਰੱਖਣਾ, ਦਵਾਈ ਕੰਮ ਕਰੇ। ਹੁਣ ਦਵਾਈ ਕਹਿੰਦਾ ਇੰਨਾ ਚਿਰ ਹੋ ਗਿਆ ਜੀ ਸਾਨੂੰ ਨਾਮ ਜਪਦਿਆਂ ਨੂੰ, ਬਾਣੀ ਪੜ੍ਹਦਿਆਂ ਨੂੰ ਅਸਰ ਨਹੀਂ ਹੁੰਦਾ। ਮਨ ਤੇ ਵਿਚਾਰਾਂ ਵਿਕਾਰਾਂ 'ਚ ਹੀ ਰਹਿੰਦਾ, ਤੇ ਮਨ ਵਿਚਾਰਾਂ ਵਿਕਾਰਾਂ 'ਚ ਹੀ ਰਹਿਣਾ। ਨਿਤਨੇਮ ਤੇ ਕਰ ਲਿਆ ਸਵੇਰੇ ਘੰਟਾ ਅੱਧਾ ਘੰਟਾ, ਤੇ ਉਸ ਤੋਂ ਬਾਅਦ ਬਾਕੀ 23 ਘੰਟੇ ਕੀ ਕੀਤਾ? ਨਿਤਨੇਮ ਮੁਤਾਬਕ ਘੜੀ ਬਤੀਤ ਕੀਤੀ, ਤੇ ਫਿਰ 23 ਘੰਟੇ ਤੇ ਪਰਹੇਜ਼ ਹੀ ਨਾ ਕੀਤਾ। ਦਵਾਈ ਇੱਕ ਵਾਰ ਖਾ ਲਈ, ਪਰਹੇਜ਼ ਕੀਤਾ ਹੀ ਨਾ। ਆਰਾਮ ਕਿਵੇਂ ਆਵੇ? ਤੰਦਰੁਸਤ ਕਿਵੇਂ ਹੋਵੇਗਾ ਮਨ? ਮਨ ਰੋਗੀ ਹੈ। ਮਨ ਦੀ ਖੁਰਾਕ ਹੈ ਬਾਣੀ, ਮਨ ਦੀ ਖੁਰਾਕ ਹੈ ਨਾਮ। ਖੁਰਾਕ ਵੀ ਖਾਈ ਜਾਂਦੇ ਤੇ ਨਾਲ ਉਹ ਗੰਦਮੰਦ ਵੀ ਚੱਲੀ ਜਾਂਦਾ। ਇਸ ਕਰਕੇ ਉਸ ਤੋਂ ਪਰਹੇਜ਼ ਰੱਖਾਂਗੇ। ਨਾਮ ਥੋੜ੍ਹਾ ਜਪਿਆ ਵੀ ਕਿਰਪਾ ਹੋਏ। ਨਾਨਕ ਦਰ ਪ੍ਰਧਾਨ ਸੋ, ਨਾਨਕ ਦਰ ਪ੍ਰਧਾਨ ਸੋ, ਦਰਗਹਿ ਪੈਂਦਾ ਜਾਏ, ਦਰਗਹਿ ਪੈਂਦਾ ਜਾਏ। ਤੇ ਜੰਮਣ ਮਰਨਾ ਕੱਟਿਆ ਗਿਆ, ਆਉਣਾ ਜਾਣਾ ਮੁੱਕ ਗਿਆ, ਦਰਗਾਹ ਦੇ ਵਿੱਚ ਪ੍ਰਧਾਨਤਾ ਮਿਲੀ। ਮਾਰੇ ਕਹਿੰਦੇ ਦਰ ਤੇ ਪ੍ਰਧਾਨਤਾ ਮਿਲੀ, ਇੱਜ਼ਤ ਮਿਲੀ। ਕਹਿੰਦੇ ਪ੍ਰਧਾਨ ਪੁਰਖ ਨੇ ਜਿਹੜੇ ਚੀਜ਼ਾਂ ਇਹ ਸਰੀਰ ਨੂੰ ਛੱਡ ਕੇ ਜਾਣਾ ਤੇ ਸਾਰੇ ਆਈਆਂ। ਜਿਨ੍ਹਾਂ ਇਹ ਚੀਜ਼ਾਂ ਛੱਡ ਕੇ ਗਏ ਤੇ ਜਿਹੜੇ ਨਾਲ ਹੀ ਲੈ ਗਏ। ਹੁਣ ਜੋ ਕੁਛ ਲਿਖਿਆ ਉਹ ਨਾਲ ਜਾਣਾ ਹੈ। ਜੈਸਾ ਬੀਜੈ ਸੋ ਲੁਣਾ, ਕਰਮਾ ਸੰਦੜਾ ਖੇਤ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਏ। ਇਹ ਸਰੀਰ ਖੇਤ ਹੈ ਜਿਹਦੇ 'ਚ ਬੀਜਿਆ, ਜੋ ਬੀਜ ਰਹੇ ਆ। ਤੇ ਸੱਚੇ ਪਾਤਸ਼ਾਹ ਕਹਿੰਦੇ ਕੀ ਬੀਜੋ? ਇਹਦੇ 'ਚ ਨਾਮ ਬੀਜੋ, ਗੁਰੂ ਦੀ ਮੱਤ ਬੀਜੋ। ਤੇ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਪ੍ਰਧਾਨਤਾ ਮਿਲੀ, ਦਰਗਾਹ ਦੇ ਵਿੱਚ ਇੱਜ਼ਤ ਮਿਲੀ। ਸ਼੍ਰੀ ਰਾਮ ਮਹੱਲਾ ਪਹਿਲਾ। ਸ਼੍ਰੀ ਰਾਮ ਮਹੱਲਾ ਪਹਿਲਾ। ਤਨ ਜਲ ਬਲ ਮਾਟੀ ਭਇਆ, ਤਨ ਜਲ ਬਲ ਮਾਟੀ ਭਇਆ। ਮਨ ਮਾਇਆ ਮੋਹ ਮਨੂਰ, ਮਨ ਮਾਇਆ ਮੋਹ ਮਨੂਰ। ਔਗਣ ਫਿਰ ਲਾਗੂ ਪਏ, ਔਗਣ ਫਿਰ ਲਾਗੂ ਪਏ। ਪੂਰਬ ਜਾਵੈ ਤੂਰ, ਪੂਰਬ ਜਾਵੈ ਤੂਰ। ਦਿਨ ਸ਼ਬਦੈ ਭਰਮਾਈਐ, ਦਿਨ ਸ਼ਬਦੈ ਭਰਮਾਈਐ। ਦੁਬਦਾ ਡੋਬੇ ਪੂਰ, ਦੁਬਦਾ ਡੋਬੇ ਪੂਰ। ਮਨ ਰੇ ਸ਼ਬਦੇ ਤਰਹੁ ਚਿਤ ਲਾਏ, ਮਨ ਰੇ ਸ਼ਬਦੇ ਤਰਹੁ ਚਿਤ ਲਾਏ। ਗੁਰਮੁਖ ਨਾਮ ਨਾ ਬੁਝਿਆ, ਜਿਨ ਗੁਰਮੁਖ ਨਾਮ ਨ ਬੁਝਿਆ। ਹਰ ਜਨਮ ਆਵੈ ਜਾਏ, ਹਰ ਜਨਮ ਆਵੈ ਜਾਏ। ਰਹਾਉ। ਤਨ ਜਲ ਬਲ ਮਾਟੀ ਭਇਆ। ਤਨ ਜਲ ਰਿਹਾ ਹੈ, ਬਲ ਰਿਹਾ ਹੈ ਮਿੱਟੀ ਦਾ। ਮਨ ਮਾਇਆ ਮੋਹ ਮਨੂਰ। ਮਨ ਮਾਇਆ ਦੇ ਮੋਹ ਦੇ ਵਿੱਚ ਕੀ ਹੋ ਗਿਆ? ਲੋਹੇ ਜੰਗਾਲੇ ਲੋਹੇ ਵਰਗਾ ਹੋ ਗਿਆ। ਮਨੂਰ ਜੰਗਾਲਿਆ ਲੋਹਾ, ਜੰਗਾਲੇ ਲੋਹੇ ਵਰਗਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਔਗਣ ਫਿਰ ਲਾਗੂ ਭਏ। ਔਗਣ ਅੰਦਰ ਲਾਗੂ ਹੋ ਚੁੱਕੇ ਨੇ। ਤੋਰ ਵਜਾਵੇ ਤੋਰ, ਝੂਠ ਤੋਰ ਵਜਾਉਂਦਾ ਫਿਰਨ ਡਿਆ। ਰਸਰਾ ਲਾਈ ਝੂਠ, ਇਸ ਤਰ੍ਹਾਂ ਤੋਰ ਨਹੀਂ ਵਜਾਉਂਦੇ। ਰਸਨਾ ਤੋਰ ਵਜਾਉਂਦੀ ਫਿਰਨ ਰਹੀ ਹੈ। ਝੂਠ ਝੂਠ ਹੀ ਬੋਲੀ ਚਲੇ ਜਾਂਦੀ। ਸੱਚੇ ਪਾਤਸ਼ਾਹ ਕਹਿੰਦੇ ਬਿਨ ਸ਼ਬਦ ਹੈ ਭਰਮਾਈਆ, ਦੁਬਦਾ ਡੋਬੇ ਕਹਿੰਦੇ ਸ਼ਬਦ ਤੋਂ ਬਿਨਾਂ ਐਸਾ ਭਰਮ ਚ ਪਿਆ, ਐਸਾ ਭਰਮ ਚ ਪਿਆ। ਸੱਚੇ ਪਾਤਸ਼ਾਹ ਕਹਿੰਦੇ ਦੁਬਦਾ ਨੇ ਪੂਰਾਂ ਦੇ ਪੂਰ ਡੋਬ ਦਿੱਤੇ। ਜਿਹਦੀ ਪਿੱਛੇ ਗੱਲ ਕਰਕੇ ਦੁਬਦਾ ਦੀ, ਕਹਿੰਦੇ ਦੁਬਦਾ ਡੋਬੇ ਪੂਰ, ਕਹਿੰਦੇ ਪੂਰਾਂ ਦੇ ਪੂਰ ਖਾਂਦੇ ਜਾ ਰਹੇ ਦੁਬਦਾ। ਆ ਰਾਜਿਆਂ ਦੇ ਝਗੜੇ ਕਦ ਤੋਂ ਸ਼ੁਰੂ ਹੁੰਦੇ ਨੇ? ਦੁਬਦਾ ਤੋਂ। ਪਿੰਡਾਂ ਦੇ ਵਿੱਚ ਕਾਹਦੇ ਝਗੜੇ ਨੇ? ਦੁਬਦਾ ਦੇ। ਇੱਕ ਦੂਜੇ ਦੇ ਲਾਗੇ ਇੱਕ ਦੂਜੇ ਨੂੰ ਉੱਤੋਂ ਹੱਸਦੇ ਆ, ਅੰਦਰੋਂ ਨੀਂਦ ਮਾੜੀ ਹੈ। ਜੈਸਾ ਜੀਓ ਮੈਲੇ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਇਹਦੀ ਜਨਮ ਜੂਏ ਹੱਥ। ਇਹ ਤਿਸ਼ਨਾ ਵੱਡਾ ਰੋਗ ਲੱਗਾ। ਮਰਨ ਮਨੋ ਮਰਨਾ ਹੀ ਭੁਲਾ ਦਿੱਤਾ। ਜੀਓ ਮੈਲੇ, ਸੱਚੇ ਪਾਤਸ਼ਾਹ ਕਹਿੰਦੇ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਉਹਨਾਂ ਨੇ ਸਤਿਗੁਰੂ ਦੇ ਕੋਲੋਂ ਸਿੱਖ ਲਿਆ। ਉਹ ਜੀਓ ਵੀ ਨਿਰਮਲ ਨੇ ਤੇ ਬਾਹਰੋਂ ਵੀ ਨਿਰਮਲ। ਗੁਰਮੁਖਾਂ ਦੀ ਇਹ ਵਿਸ਼ੇਸ਼ਤਾ ਹੈ। ਮਨਮੁਖ ਜੀਓ ਨਿਰਮਲ, ਜੀਓ ਮੈਲੇ ਬਾਹਰੋਂ ਨਿਰਮਲ। ਬਾਹਰੋਂ ਬੜੇ ਅੱਛੇ, ਜੀਓ ਮੈਲੇ। ਜੀਓ ਉਹਦੇ ਨਾਲ ਹੀ ਧੋਖਾ ਹੋ ਰਿਹਾ ਜਿਹੜਾ ਨਿੱਤਰ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਦੁਬਦਾ ਨੇ ਪੂਰਾਂ ਦੇ ਪੂਰ ਡੋਬ ਦਿੱਤੇ। ਸਮਝ ਲੱਗ ਰਹੀ ਸਾਰਿਆਂ ਨੂੰ ਕੀ ਆ ਦੁਬਦਾ? ਕਿਉਂਕਿ ਸਿੱਖਦੇ ਆਪਾਂ ਸਿੱਖਣ ਵਾਸਤੇ ਆਉਂਦੇ, ਸਿੱਖਣ ਦੇ ਆਪਾਂ ਗੁਰੂ ਜੀ ਕੋਲੋਂ ਸਾਰੇ। ਕਿਉਂਕਿ ਏਡੇ ਵੱਡੇ ਨੇ, ਸਿਖਾਉਂਦੇ ਨੇ। ਕੋਈ ਭਾਵਨਾ ਤੇ ਰੱਖੇ ਸਿੱਖਣ ਦੀ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਰੇ ਸ਼ਬਦੇ ਤਰੋ ਚਿਤ ਲਾਏ, ਮਨ ਰੇ ਸ਼ਬਦੇ ਤਰੋ ਚਿਤ ਲਾਏ। ਇਹ ਮਨਾ ਤੂੰ ਸ਼ਬਦ ਦੇ ਵਿੱਚ ਚਿੱਤ ਲਾ ਕੇ ਤਰ ਸਕਦਾ ਹੈ। ਗੁਰੂ ਜੀ ਕਹਿੰਦੇ ਨੇ ਕਿਵੇਂ ਤਰ ਸਕਦੇ ਹੋ? ਸਾਡੇ ਮਨ ਨੂੰ ਸਮਝਾ ਰਹੇ ਨੇ। ਇੱਕ ਨੂੰ ਨਹੀਂ, ਮਨ ਸਾਰਿਆਂ ਦੇ ਵਿੱਚ ਹੀ ਹੈ। ਮਨ ਪਰਮੇਸ਼ਰ ਦਾ ਅੰਸ਼ ਹੈ। ਮਨ ਟੋਟਲ ਮਨ ਨੂੰ ਉਪਦੇਸ਼ ਕਰ ਰਿਹਾ ਗੁਰੂ ਨਾਨਕ, ਇਕੱਲੇ ਕਾਰੇ ਨੂੰ ਨਹੀਂ, ਸਾਰਿਆਂ ਨੂੰ। ਤੇ ਸੱਚੇ ਪਾਤਸ਼ਾਹ ਕਹਿੰਦੇ ਮਨ ਰੇ ਸ਼ਬਦੇ ਤਰੋ ਚਿੱਤ ਲਾਏ। ਕਹਿੰਦੇ ਸ਼ਬਦ 'ਚ ਚਿੱਤ ਲਾ ਕੇ ਤੁਸੀਂ ਤਰ ਸਕਦੇ ਹੋ। ਹੇ ਮੇਰੇ ਮਨ, ਸੱਚੇ ਪਾਤਸ਼ਾਹ ਕਹਿੰਦੇ ਜਿਨ ਗੁਰਮੁਖ ਨਾਮ ਨਾ ਬੁੱਝਿਆ, ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਕੋਲੋਂ ਨਾਮ ਨੂੰ ਨਹੀਂ ਬੁੱਝਿਆ, ਮਰ ਜਨਮੈ ਆਵੇ ਜਾਏ। ਕਹਿੰਦੇ ਉਹ ਮਰਦੇ ਜੰਮਦੇ ਰਹਿਣਗੇ, ਆਉਂਦੇ ਜਾਂਦੇ ਰਹਿਣਗੇ। ਹੁਣ ਗੁਰੂ ਦੇ ਕੋਲੋਂ ਨਾਮ ਨੂੰ ਬੁੱਝਣਾ, ਨਾਮ ਹੈ ਕੀ ਹੈ? ਨਾਮ ਦਾ ਪਤਾ ਸਾਰਿਆਂ ਨੂੰ? ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਨੌ ਨਿਧਾਂ ਦਾ ਖਜ਼ਾਨਾ ਨਾਮ ਕਿੱਥੇ ਹੈ? ਇਸ ਦੇਹੀ ਦੇ ਅੰਦਰ। ਹੁਣ ਇੱਥੋਂ ਖੋਜਣਾ ਹੈ। ਕਿਵੇਂ? ਗੁਰੂ ਦੀ ਮਦਦ ਦੁਆਰਾ ਖੋਜਿਆ ਜਾਂਦਾ, ਉਸ ਤਰ੍ਹਾਂ ਨਹੀਂ ਲੱਭਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਅਨਹਤ ਬਾਣੀ, ਉਹਨੂੰ ਅਨਹਤ ਬਾਣੀ ਕਹਿੰਦੇ ਉਹ ਨਾਮ ਨੂੰ। ਅਨਹਤ ਬਾਣੀ ਗੁਰ ਸ਼ਬਦੇ ਜਾਣੀ। ਕਿਸ ਤਰ੍ਹਾਂ ਜਾਣੀ ਹੈ? ਗੁਰੂ ਦੇ ਸ਼ਬਦ ਦੁਆਰਾ ਭੇਦ ਆਏਗਾ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮ ਆਵੇ। ਜੇ ਨਾ ਬੁੱਝਿਆ ਤਾਂ ਕਹਿੰਦੇ ਜੰਮਣ ਮਰਨ 'ਚ ਚਲੇ ਜਾਓਗੇ। ਆਪਾਂ ਹੁਣ ਛੇਤੀ ਤੋਂ ਛੇਤੀ ਨਾਮ ਨੂੰ ਬੁੱਝਣਾ। ਕਿੱਥੋਂ? ਪੂਰੇ ਗੁਰੂ ਦੀ ਸ਼ਰਨ 'ਚ ਬੈਠਦੇ ਆ। ਇਹਨਾਂ ਨੇ ਬੁਝਾਉਣਾ, ਹੋਰ ਨਹੀਂ ਕੋਈ ਬੁਝਾਉਣ ਵਾਲਾ ਨਾਮ ਨੂੰ। ਆ ਰਹੀ ਸਮਝ? ਕਿ ਕਿਤੇ ਕਹੀਏ ਵੀ ਹੋਰ ਕਿਸੇ ਨੇ ਸਾਨੂੰ ਨਾਮ ਦਾ ਭੇਦ ਦੇਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਨਾਮ ਦਾ ਭੇਦ ਦੇਣਾ ਹੈ।
ਜਿੰਨੇ ਗੁਰਮੁਖ ਨੇ ਇਹਨਾਂ ਦੇ ਵਿੱਚ ਬੈਠੇ ਸਾਰਿਆਂ ਨੇ ਨਾਮ ਪ੍ਰਗਟ ਕੀਤਾ ਹੈ, ਉਹ ਸਾਨੂੰ ਸਮਝਾ ਰਹੇ ਨੇ। ਕੋਈ ਦੂਜਾ ਤੀਜਾ ਇੱਥੇ ਹੈ ਨਹੀਂ। ਗੁਰੂ ਸਾਹਿਬ ਸਮਝਾ ਰਹੇ ਨੇ, ਜਿਨ੍ਹਾਂ ਨੇ ਨਾਮ ਪ੍ਰਗਟ ਕੀਤਾ ਉਹਨਾਂ ਨੂੰ ਥਾਂ ਮਿਲੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਔਰ ਕਿਸੇ ਨੂੰ ਥਾਂ ਹੀ ਨਹੀਂ ਮਿਲੀ ਜਿਨ੍ਹਾਂ ਦੇ ਅੰਦਰ ਨਾਮ ਨਹੀਂ ਪ੍ਰਗਟ ਹੋਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਚੈੱਕ ਕਰਦੇ ਨੇ, ਜਿਨ੍ਹਾਂ ਦੇ ਅੰਦਰ ਨਾਮ ਨਹੀਂ ਪ੍ਰਗਟ ਹੋਇਆ ਉਹਨਾਂ ਦੀ ਬਾਣੀ ਦਰਜ ਨਹੀਂ ਹੋਈ। ਬਾਣੀ ਦਰਜ ਹੋਈ ਉਹਨਾਂ ਦੀ ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟ ਹੋਇਆ। ਤੇ ਨਾਮ ਪ੍ਰਗਟ ਕਰਤੇ ਜ਼ਿੰਦਗੀਆਂ ਲਾਈਆਂ ਉਹਨਾਂ ਭਗਤਾਂ ਨੇ, ਸੰਤਾਂ ਨੇ। ਸਾਡੇ 10 ਗੁਰੂ ਸਾਹਿਬਾਨਾਂ ਨੇ ਜਿਹੜੇ ਗੁਰਸਿੱਖ ਆਏ ਉਹਨਾਂ ਦੇ ਅੰਦਰ ਨਾਮ ਪ੍ਰਗਟ ਕਰਨ ਵਾਸਤੇ ਸਾਰੀ ਜ਼ਿੰਦਗੀ ਲਾਈ ਹੈ। ਹੋਰ ਕੋਈ ਦੂਜਾ ਤੀਜਾ ਕੰਮ ਨਹੀਂ ਕਰਾਇਆ। ਨਾਮ ਨੂੰ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਗੁਰਮੁਖਾਂ ਗੁਰੂ ਦੀ ਮੱਤ ਦੁਆਰਾ ਨਾਮ ਨੂੰ ਬੁੱਝ ਲਿਆ, ਸੱਚੇ ਪਾਤਸ਼ਾਹ ਕਹਿੰਦੇ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਣ। ਤੇ ਗੁਰੂ ਜੇ ਸਿੱਖ ਜੰਮਣ ਮਰਨ ਤੋਂ ਰਹਿਤ ਹੀ ਨਾ ਹੋਇਆ ਤੇ ਗੁਰੂ ਕਾਹਦਾ? ਤਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਗੁਰ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ। ਪੂਰੇ ਗੁਰੂ ਦੀ ਗੱਲ ਕੀਤੀ ਆ, ਅਧੂਰੇ ਵੀ ਹੋਣਗੇ, ਪਰ ਪੂਰੇ ਗੁਰੂ ਨੂੰ ਕਹਿੰਦੇ ਪੂਰੇ ਗੁਰੂ ਨੂੰ ਯਾਦ ਕੀਤਾ ਹੈ, ਉਹ ਦੁੱਖਾਂ ਤੋਂ ਰਹਿਤ ਹੋ ਜਾਣ, ਉਹਨਾਂ ਦੇ ਜੰਮਣ ਮਰਨ ਦਾ ਦੁੱਖ ਦੂਰ ਹੋ ਜਾਣ। ਰਹਾਉ ਤਨ ਸੂਚਾ ਸੋ ਆਖੀਐ, ਤਨ ਸੂਚਾ ਸੋ ਆਖੀਐ, ਜਿਸ ਮੈਂ ਸਾਚਾ ਨਾਉ, ਜਿਸ ਮੈਂ ਸਾਚਾ ਨਾਉ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਰੀਰ ਸੁੱਚਾ ਕਿਹਨਾਂ ਦਾ ਆਖੀਏ? ਜਿਸ ਮੈਂ ਸਾਚਾ ਨਾਉ, ਜਿਹਦੇ ਵਿੱਚ ਸੱਚਾ ਨਾਮ ਜਪਿਆ ਜਾਂਦਾ, ਪ੍ਰਗਟ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਧੰਨ ਸੁੱਚਾ ਹੈ। ਸੁੱਚੇ ਨਾ ਆਖੀਏ, ਪਹਿਣ ਜੇ ਪਿੰਡਾਂ ਧੋਏ, ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਬਾਬਾ ਜੀ ਕਹਿੰਦੇ ਮੇਰਾ ਪਾਣੀ ਦੇ ਨਾਲ, ਸਾਬਣ ਦੇ ਨਾਲ ਧੋਣ ਦੇ ਨਾਲ ਸਰੀਰ ਸੁੱਚਾ ਨਹੀਂ ਹੁੰਦਾ। ਸੁੱਚੇ ਨਾ ਆਖੀਏ, ਬਹਿਣ ਜੇ ਪਿੰਡਾਂ ਧੋਏ, ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਇਹ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟ ਹੈ, ਜੇ ਪਾਤਸ਼ਾਹ ਕਹਿੰਦੇ ਉਹ ਸਰੀਰ ਸੁੱਚੇ। ਭੈ ਸੱਚ ਰਾਤੀ ਦਿਵਹਰੀ, ਭੈ ਸੱਚ ਰਾਤੀ ਦਿਵਹਰੀ, ਜਿਹਵਾ ਸੱਚ ਸੁਆਓ, ਜਿਹਵਾ ਸੱਚ ਸੁਆਓ। ਭੈ ਸੱਚ ਰਾਤੀ ਦਿਵਹਰੀ, ਜਿਹੜੀ ਦੇ ਪਰਮਾਤਮਾ ਦੇ ਭੈ ਵਿੱਚ ਹੈ, ਭੈ ਵਿੱਚ ਰੱਤੀ ਹੋਈ ਹੈ, ਡਰ ਵਿੱਚ ਹੈ। ਜਿਹਵਾ ਸੱਚ ਸੁਆਓ, ਜਿਹੜੀ ਜੇਬਾ ਸੱਚ ਦੀ ਸਿਫਤ ਕਰਦੀ ਹੈ, ਪਰਮਾਤਮਾ ਦੀ ਸਿਫਤ ਕਰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਉਹ ਸੱਚੀ ਹੈ। ਸੱਚੀ ਨਦਰ ਨਿਹਾਲੀ ਹੈ, ਸੱਚੀ ਨਦਰ ਨਿਹਾਲੀ ਹੈ, ਮੋੜ ਨਾ ਪਾਵੈ ਤਾਉ, ਮੋੜ ਨ ਪਾਵੈ ਤਾਉ। ਸੱਚੇ ਪਾਤਸ਼ਾਹ ਕਹਿੰਦੇ ਉਹ ਸੱਚੇ ਦੀ ਨਦਰ ਦੁਆਰਾ ਨਿਹਾਲ ਹੋ ਜਾਂਦਾ ਜੀ। ਮੋੜ ਨਾ ਪਾਵੈ ਤਾਉ, ਬਾਬਾ ਦਾ ਜਵਾਨ ਦੁਬਾਰਾ ਜਿਹੜਾ ਸੱਚੇ ਦੀ ਨਜ਼ਰ 'ਚ ਆ ਜਾਂਦਾ ਉਹਨੂੰ ਨਿਹਾਲ ਕਰ ਦਿੰਦਾ ਸੱਚੇ ਪਾਤਸ਼ਾਹ। ਉਹਨੂੰ ਬਹੁਤ ਤਾਇਆ ਨਹੀਂ ਜਾਂਦਾ। ਨਹੀਂ ਤਾਂ ਗਰਭ ਦੇ ਵਿੱਚ ਬੜਾ ਸੇਕ ਹੈ, ਮਾਤਾ ਦੀ ਗਰਭ ਦੇ ਵਿੱਚ ਤਾਇਆ ਜਾਂਦਾ ਜੀਵ ਦੁਖੀ ਹੋ, ਉਹ ਤਾ ਤੋਂ ਬਚ ਜਾਂਦਾ। ਮੁੜ ਕੇ ਜਦੋਂ ਉਹਦੀ ਨਜ਼ਰ 'ਚ ਆ ਗਿਆ, ਉਹਦੇ ਵਿੱਚ ਲੀਨ ਹੋ ਗਿਆ, ਤੇ ਦੁਬਾਰਾ ਉਹਨੂੰ ਗਰਭ 'ਚ ਜਾਣਾ ਹੀ ਨਹੀਂ ਪੈਣਾ। ਇਹ ਤੇ ਬਹੁਤ ਜ਼ਿਆਦਾ ਸੱਚੇ ਪਾਤਸ਼ਾਹ ਕਹਿੰਦੇ ਸੇਕ ਹੈ, ਬੜਾ ਦੁੱਖ ਹੈ। ਸਾਚੇ ਤੇ ਪਵਨਾ ਪਿਆ, ਸਾਚੇ ਤੇ ਪਵਨਾ ਪਿਆ, ਪਵਨ ਤੇ ਜਲ ਹੋਏ, ਪਵਨ ਤੇ ਜਲ ਹੋਏ। ਜਲ ਤੇ ਤਿਰਭਵਨ ਸਾਜਿਆ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ, ਘਟ ਘਟ ਜੋਤ ਸਮੋਏ। ਸਾਚੇ ਤੇ ਪਵਨਾ ਪਿਆ। ਸੱਚੇ ਤੋਂ ਕੀ ਪੈਦਾ ਹੋਇਆ? ਪਵਨਾ, ਪੌਣ ਪੈਦਾ ਹੋਈ। ਪਹਿਲੋਂ ਸਾਚੇ ਨੇ ਕੀ ਪੈਦਾ ਕੀਤਾ? ਪਹਿਲੋਂ ਸੱਚਾ ਆਪ ਹੀ ਖੁਦ, ਕੁਛ ਵੀ ਨਹੀਂ ਸੀ, ਆਪ ਹੀ ਸੱਚ ਹੀ ਸੱਚ ਸੀ। ਕੁਛ ਵੀ ਨਹੀਂ, ਨਾ ਧਰਤੀ ਸੀ, ਨਾ ਜ਼ਮੀਨ ਸੀ, ਕੁਛ ਵੀ ਨਹੀਂ, ਅਸਮਾਨ ਨਾ ਪਾਤਾਲ। ਕੀ ਸੀ? ਖੁਦ ਆਪ ਹੀ ਸੱਚਾ ਸੀ। ਫਿਰ ਸੱਚੇ ਨੇ ਕੀ ਪੈਦਾ ਕੀਤਾ? ਸਾਚੇ ਤੇ ਪਵਨਾ ਪਿਆ।
ਕਹਿੰਦੇ ਸੱਚ ਨੇ ਪੌੜ ਪੈਦਾ ਕੀਤੀ, ਫਿਰ ਪਵਣਾ ਤੇ ਜਲ ਹੋਏ, ਫਿਰ ਜਲ ਪੈਦਾ ਕੀਤਾ, ਪੌਣ ਤੋਂ ਬਾਅਦ ਆ ਜਲ ਪੈਦਾ ਕੀਤਾ ਹੈ। ਕਹਿੰਦੇ ਜਲ ਤੇ ਤਿਰਭਵਨ ਸਾਜਿਆ, ਫਿਰ ਜਲ ਤੋਂ ਤਿਰਭਵਨ ਸਾਜ ਦਿੱਤੇ, ਪਤਾਲ ਧਰਤੀ ਤੇ ਅਸਮਾਨ, ਫਿਰ ਤ੍ਰੈ ਭਵਨ ਸਾਜ ਦਿੱਤੇ ਸੱਚੇ ਪਾਤਸ਼ਾਹ ਜੀ। ਫਿਰ ਘਟ ਘਟ ਜੋਤ ਸਮੋਏ, ਫਿਰ ਜੀ ਜੰਤ ਪੈਦਾ ਕਰ ਦਿੱਤੇ, ਤੇ ਘਟ ਘਟ ਦੇ ਵਿੱਚ ਜੋਤ ਸੱਚੇ ਪਾਤਸ਼ਾਹ ਜੀ ਨੇ ਆਪਣੀ ਰੱਖ ਦਿੱਤੀ। ਸੱਚੇ ਪਾਤਸ਼ਾਹ ਕਹਿੰਦੇ ਚੀਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ, ਕੀੜੀ ਤੋਂ ਲੈ ਕੇ ਹਾਥੀ ਤੱਕ ਜੋਤ ਆਪਣੀ ਰੱਖੀ ਹੋਈ ਪਰਮੇਸ਼ਰ ਜੀ। ਨਿਰਮਲ ਮੈਲਾ ਨਾ ਥੀਐ, ਨਿਰਮਲ ਮੈਲਾ ਨਾ ਥੀਐ, ਸ਼ਬਦ ਰਤੇ ਪਤ ਹੋਏ, ਸ਼ਬਦ ਰਤੇ ਪਤ ਹੋਏ। ਭਾਸ਼ਾ ਕਹਿੰਦੇ ਨਿਰਮਲ ਮੈਲਾ ਨਾ ਥੀਐ, ਨਿਰਮਲ, ਨਿਰਮਲ ਕਹਿੰਦੇ ਮੈਲ ਤੋਂ ਰਹਿਤ, ਕਹਿੰਦੇ ਉਹ ਜਿਹੜਾ ਨਿਰਮਲ ਹੈ, ਜਿਹੜਾ ਮੈਲ ਤੋਂ ਰਹਿਤ, ਉਹ ਕਦੀ ਮੈਲਾ ਨਹੀਂ ਹੁੰਦਾ, ਪਰਮੇਸ਼ਰ ਨਹੀਂ ਮੈਲਾ ਹੁੰਦਾ, ਉਹ ਨਿਰਮਲ ਹੈ, ਮੈਲ ਤੋਂ ਰਹਿਤ ਹੈ, ਉਹਨੂੰ ਮੈਲ ਲੱਗਦੀ ਹੀ ਨਹੀਂ, ਉਹ ਮੈਲਾ ਹੁੰਦਾ ਹੀ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਨਿਰਮਲ ਮੈਲਾ ਨਾ ਥੀਐ, ਸ਼ਬਦੇ ਰੱਤੇ ਪਤ ਹੋਏ। ਜਿਹੜੇ ਸ਼ਬਦ ਦੇ ਵਿੱਚ ਰੱਤੇ ਜਾਂਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ, ਪਤ ਕਹਿੰਦੇ ਇੱਜ਼ਤ, ਕਹਿੰਦੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ। ਇਹ ਮਨ ਸਾਜ ਸੰਤੋਖਿਆ, ਇਹ ਮਨ ਸਾਜ ਸੰਤੋਖਿਆ, ਨਦਰ ਕਰੇ ਤਿਸ ਮਾਹੇ, ਨਦਰ ਕਰੇ ਤਿਸ ਮਾਹੇ। ਇਹ ਮਨ ਜਦੋਂ ਸੱਚ ਦੇ ਨਾਲ ਜੁੜਿਆ ਤੇ ਇਹਨੂੰ ਸੰਤੋਖ ਆਇਆ, ਸੱਚ ਦੇ ਨਾਲ ਜੁੜਿਆ ਤੇ ਸੰਤੋਖ ਆਇਆ, ਨਦਰ ਕਰੇ ਤਿਸ ਮਾਹੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹਦੀ ਨਦਰ, ਉਹਦੀ ਬਖਸ਼ਿਸ਼ ਹੋਈ, ਜਦੋਂ ਸੰਤੋਖ ਮਿਲਿਆ ਬਖਸ਼ਿਸ਼ ਹੋਈ। ਪੰਜ ਭੂਤ ਸੱਚ ਭੈ ਰਤੇ, ਪੰਜ ਭੂਤ ਸੱਚ ਭੈ ਰਤੇ, ਜੋਤ ਸੱਚੀ ਮਨ ਮਾਏ, ਜੋਤ ਸੱਚੀ ਮਨ ਮਾਏ। ਪੰਜ ਭੂਤ ਸੱਚ ਭੈ, ਇਹ ਜਿਹੜੇ ਪੰਜ ਤੱਤ, ਪੰਜ ਤੱਤ ਸੱਚੇ ਪਾਤਸ਼ਾਹ ਕਹਿੰਦੇ ਉਹ ਸੱਚੇ ਦੇ ਭੈ ਵਿੱਚ ਨੇ। ਪੌਣ ਪਾਣੀ ਬੈਸੰਤਰ, ਆਕਾਸ਼, ਧਰਤੀ, ਇਹਨਾਂ ਪੰਜਾਂ ਤੱਤਾਂ ਦਾ ਪੁਤਲਾ ਹੈ। ਸੱਚੇ ਪਾਤਸ਼ਾਹ ਕਹਿੰਦੇ ਪੰਜ ਭੂਤ ਸੱਚ ਭੈ ਰਤੇ, ਜੋਤ ਸੱਚੀ ਮਨ ਮਾਹੇ। ਸੱਚੀ ਸੋ ਜੋਤ ਇਸ ਮਨ ਦੇ ਵਿੱਚ ਹੈ, ਉਹਦੀ ਮਨ ਉਹਦਾ ਬੱਚਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਨੇ ਕੀ ਕਰ, ਤੂੰ ਆਪਣੇ ਮੂਲ ਦੀ ਪਹਿਚਾਣ ਕਰ, ਮੂਲ ਦੀ ਪਹਿਚਾਣ ਕਰ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਮੂਲ ਦੀ ਪਹਿਚਾਣ ਕਰੇਗਾ ਤੇ ਤੈਨੂੰ ਦਿਸ ਪਵੇਗਾ ਹਰੀ, ਪਰਮਾਤਮਾ ਦਿਸ ਪਵੇਗਾ। ਸੱਚੇ ਪਾਤਸ਼ਾਹ ਕਹਿੰਦੇ ਜੋਤ ਸੱਚੀ ਮਨ ਮਾਹੇ, ਨਾਨਕ ਔਗਣ ਵਿਸਰੇ, ਗੁਰ ਰਾਖੇ ਪਤ ਦਾਏ। ਸੱਚੇ ਪਾਤਸ਼ਾਹ ਕਹਿੰਦੇ ਹੈ ਨਾਨਕ ਉੱਥੋਂ ਔਗਣ ਨਿਕਲ ਜਾਂਦੇ ਨੇ ਸਾਰੇ। ਜਿਉਂ ਜਿਉਂ ਗੁਣਾਂ ਨੂੰ ਗ੍ਰਹਿਣ ਕਰੀ ਜਾਵਾਂਗੇ, ਨਾਮ ਜਪਾਂਗੇ, ਗੁਰੂ ਦੀ ਮੱਤ ਧਾਰਨ ਕਰੀ ਜਾਵਾਂਗੇ, ਉਸ ਤਰ੍ਹਾਂ ਦੇ ਔਗਣੀ ਭਰਿਆ ਸਰੀਰ ਹੈ ਕਿ ਉਹ ਸੰਤੋਂ ਨਿਰਮਲ ਹੋਏ। ਮਹਾਰਾਜ ਜੀ ਸਰੀਰ ਦੇ ਔਗਣਾਂ ਦਾ ਭਰਿਆ ਹੋਇਆ, ਸੰਤ ਜੀ ਦੱਸੋ ਇਹ ਕਿਸ ਤਰ੍ਹਾਂ ਮੈਲ ਤੋਂ ਰਹਿਤ ਹੋਵੇ। ਤੇ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਔਗਣ ਵਿਸਰੇ, ਇਹ ਨਾਨਕ ਔਗਣ ਦੂਰ ਹੋ ਜਾਣਗੇ। ਗੁਰ ਰਾਖੇ ਪਤ ਤਾਹੇ, ਗੁਰੂ ਜਿਨ੍ਹਾਂ ਦੀ ਰੱਖਿਆ ਕਰਦਾ ਉਹਨਾਂ ਦੀ ਇੱਜ਼ਤ ਰੱਖ ਲੈ, ਜਿਨ੍ਹਾਂ ਦੀ ਰਾਖੀ ਕਰਦਾ ਗੁਰੂ ਸ਼ਬਦ ਦੁਆਰਾ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਇੱਜ਼ਤ ਰੱਖ ਲੈ। ਸ੍ਰੀ ਰਾਗ ਮਹੱਲਾ ਪਹਿਲਾ, ਸ੍ਰੀ ਰਾਗ ਮਹੱਲਾ ਪਹਿਲਾ। ਨਾਨਕ ਬੇੜੀ ਸੱਚ ਕੀ, ਨਾਨਕ ਬੇੜੀ ਸੱਚ ਕੀ, ਧਰਿਆ ਗੁਰ ਵਿਚਾਰ, ਧਰਿਆ ਗੁਰ ਵਿਚਾਰ। ਨਾਨਕ ਬੇੜੀ ਸੱਚ ਦੀ ਹੈ, ਕਿਹੜੀ? ਗੁਰੂ ਦੀ ਵਿਚਾਰਧਾਰਾ। ਆ ਗੁਰੂ ਦੀ ਵਿਚਾਰ
ਜਿੱਥੇ ਆਪਾਂ ਹੁਣ ਬੈਠੇ ਆ ਇਹ ਬੇੜੀ ਆ ਗੁਰੂ ਦੀ। ਗੁਰੂ ਦੀ ਬਾਣੀ ਦੀ ਵਿਚਾਰ, ਗੁਰੂ ਦੀ ਵਿਚਾਰ ਧਾਰਾ ਨੂੰ ਗੁਰੂ ਸਾਹਿਬ ਜੀ ਕਹਿ ਰਹੇ ਨੇ ਇਹ ਸੱਚ ਦੀ ਬੇੜੀ ਹੈ। ਇਹਦੇ ਦੁਆਰਾ ਤਰਿਆ ਜਾ ਸਕਦਾ ਹੈ, ਸੱਚ ਦੀ ਵਿਚਾਰ ਦੁਆਰਾ ਤਰਿਆ ਜਾ ਸਕਦਾ ਹੈ। ਇੱਕ ਆਵਹਿ ਇੱਕ ਜਾਵਹੀ, ਇੱਕ ਆਵੇ ਇੱਕ ਜਾਵਹੀ, ਪੂਰ ਭਰੇ ਹੰਕਾਰ, ਪੂਰ ਭਰੇ ਹੰਕਾਰ। ਇੱਕ ਆ ਰਹੇ ਨੇ ਇੱਕ ਜਾ ਰਹੇ ਨੇ। ਪਰ ਕੀ ਹੋਇਆ? ਇਹਦੇ ਪੂਰਾਂ ਦੇ ਪੂਰ ਹੰਕਾਰ ਦੇ ਭਰੇ ਜਾ ਰਹੇ। ਹੰਕਾਰ ਪੂਰ ਭਰੇ, ਫੁੱਲ ਭਰੇ ਪਏ ਹੰਕਾਰ। ਆ ਰਹੇ ਨੇ ਤੇ ਜਾ ਰਹੇ ਨੇ। ਕਾਹਦੇ ਭਰੇ? ਹੰਕਾਰ ਦੇ। ਮਨ ਹੱਠ ਮੱਤੀ ਬੁੱਢੀ ਐ, ਮਨ ਹੱਠ ਮਤੀ ਬੁੱਢੀਐ, ਮੁਕਤ ਸੱਚ ਸੋਤਾਰ, ਗੁਰਮੁਖ ਸੱਚ ਸੁਤਾਰ। ਮਨ ਦੇ ਹੱਠ ਦੁਆਰਾ ਜਿਹੜੀ ਮੱਤ ਹੈ ਕੀ ਕਰਦੀ ਹੈ? ਡੁੱਬਦੀ ਹੈ। ਮਨ ਦੀ ਮੱਤ ਡੁੱਬਦੀ ਹੈ। ਜੇ ਪਾਤਸ਼ਾਹ ਕਹਿੰਦੇ ਗੁਰਮੁਖ ਸੱਚ ਸੁਤਾਰ, ਗੁਰੂ ਦੀ ਮੱਤ ਜਿਹੜੀ ਆ ਉਹ ਸੱਚੀ ਮੱਤ ਆ, ਉਹ ਤਾਰ ਦਿੰਦੀ ਹੈ ਸਾਨੂੰ। ਪਰ ਗੁਰਬਾਣੀ ਸੱਚ ਹੈ। ਗੁਰਬਾਣੀ ਦੀ ਜਿਉਂ-ਜਿਉਂ ਮੱਤ ਲਈ ਜਾਵਾਂਗੇ ਤਿਉਂ-ਤਿਉਂ ਆਪਾਂ ਤਰਦੇ ਜਾਵਾਂਗੇ, ਤਰਨ ਦੀ ਸਮਰੱਥਾ ਰੱਖਾਂਗੇ। ਗੁਰ ਬਿਨ ਕਿਉ ਤਰੀਐ ਸੁਖ ਹੋਏ, ਗੁਰ ਬਿਨ ਕਿਉ ਤਰੀਐ ਸੁਖ ਹੋਏ। ਗੁਰੂ ਤੋਂ ਬਿਨਾਂ ਤਰਿਆ ਨਹੀਂ ਜਾ ਸਕਦਾ, ਸੁੱਖ ਨਹੀਂ ਮਿਲ ਸਕਦਾ ਗੁਰੂ ਤੋਂ ਬਿਨਾਂ। ਜੋ ਭਾਵੈ ਤਿਉ ਰਾਖ ਤੂੰ, ਜੋ ਭਾਵੈ ਤਿਉ ਰਾਖ ਤੂੰ। ਮੈਂ ਅਵਰ ਨਾ ਦੂਜਾ ਕੋਏ, ਮੈਂ ਅਵਰ ਨ ਦੂਜਾ ਕੋਏ। ਰਹਾਉ ਰਹਾਉ। ਸੱਚੇ ਪਾਤਸ਼ਾਹ ਜੀ ਜੋ ਆਪ ਜੀ ਨੂੰ ਭਾਉਂਦਾ ਹੈ ਤਿਵੇਂ ਰੱਖਦਾ ਹੈ। ਇਹ ਗੁਰਮੁਖਾਂ ਦੀ ਅਵਸਥਾ ਹੈ। ਜੋ ਭਾਵੈ ਤਿਉ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਈ। ਮਹਾਰਾਜ ਤੇਰੇ ਤੋਂ ਬਿਨਾਂ ਮੈਨੂੰ ਹੁਣ ਕੋਈ ਦੂਜਾ ਤਾਰ ਨਹੀਂ ਸਕਦਾ, ਰੱਖ ਨਹੀਂ ਸਕਦਾ। ਜਿਨ੍ਹਾਂ ਦੀ ਇੱਕ ਤੇ ਟੇਕ ਹੈ ਉਹ ਬੇਨਤੀਆਂ ਕਰਦੇ ਨੇ ਮਹਾਰਾਜ ਸਾਨੂੰ ਰੱਖ। ਆਗੈ ਦੇਖੋ ਡਉ ਜਲੈ, ਆਗੈ ਦੇਖੋ ਡਉ ਜਲੈ। ਭਾਸ਼ੈ ਹਰਿਓ ਸੰਗੂਰ, ਭਾਸ਼ੈ ਹਰਿਓ ਅੰਗੂਰ। ਆਗਿਆ ਦਿਖੈ, ਆਗਿਆ ਦੇਖੋ ਡਉ ਜਲੈ। ਅੱਗੇ ਜੇ ਵੇਖਦੇ ਆ ਡਉ ਜਲੈ ਇੰਨਾ ਭਿਆਨਕ ਹੈ, ਸਮੁੰਦਰ ਡਰ ਆਉਂਦਾ ਹੈ। ਪਾਸ਼ੈ ਹਰਿਓ ਅੰਗੂਰ। ਪਿੱਛੇ ਨੂੰ ਵੇਖਦੇ ਆ ਤੇ ਭਿਆਨ ਕੀ ਹੈ, ਪਿੱਛੇ ਵੀ ਡਰ ਹੈ ਤੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਲ ਹੈ। ਅੱਗੇ ਨੂੰ ਵੇਖਦੇ ਆ ਤੇ ਅਗਲੇ ਪਾਸੇ ਬੜਾ ਭਿਆਨਕ ਜਲ ਹੈ। ਪਛਾਣ ਨੂੰ ਵੇਖਦੇ ਆ ਤੇ ਪਿੱਛੇ ਬੜਾ ਭਿਆਨਕ ਸ਼ੇਰ ਹੈ। ਕਿੱਧਰ ਨੂੰ ਜਾਈਏ? ਜਿਸ ਤੇ ਉਪਜੈ ਤਿਸ ਤੇ ਬਿਨਸੈ, ਜਿਸ ਤੇ ਉਪਜੈ ਤਿਸ ਤੇ ਬਿਨਸੈ। ਘਟ ਘਟ ਸੱਚ ਭਰਪੂਰ, ਘਟ ਘਟ ਸੱਚ ਭਰਪੂਰ। ਜਿਸ ਤੇ ਉਪਜੈ ਤਿਸ ਤੇ ਬਿਨਸੈ। ਜਿਸਨੇ ਪੈਦਾ ਕੀਤਾ ਉਸਨੇ ਇਹਨੂੰ ਨਾਸ਼ ਕਰਨਾ ਹੈ। ਜਿਸਨੇ ਸਰੀਰ ਪੈਦਾ ਬਣਾਇਆ ਇਹਨੂੰ ਨਾਸ਼ ਵੀ ਤੇ ਉਹੀ ਕਰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਘਟ ਘਟ ਸੱਚ ਭਰਪੂਰ। ਘਟ ਘਟ ਦੇ ਵਿੱਚ ਉਹ ਸੱਚਾ ਭਰਪੂਰ ਹੈ। ਆਪੇ ਮੇਲ ਮਿਲਾਵਹੀ, ਆਪੇ ਮੇਲ ਮਿਲਾਵਹੀ। ਸਾਚੈ ਮਹਿਲ ਹਦੂਰ, ਸਾਚੈ ਮਹਿਲ ਹਦੂਰ। ਆਪੇ ਕਿਰਪਾ ਕਰਕੇ ਉਹ ਮਿਲਦਾ ਹਰੀ ਪ੍ਰਮਾਤਮਾ। ਆਪੇ ਸੱਚਾ ਪਾਤਸ਼ਾਹ ਕਿਰਪਾ ਕਰਦਾ ਹੈ, ਮਹਿਲ ਦੇ ਵਿੱਚ ਬੁਲਾ ਲੈਂਦਾ ਆਪਣੀ ਹਜ਼ੂਰੀ ਵਿੱਚ। ਸਾਹੇ ਸਾਹੇ ਤੁਝ ਸੰਭਲਾ, ਸਾਹੇ ਸਾਹੇ ਤੁਝ ਸੰਭਲਾ। ਦੇ ਨਾਮ ਵਿਸਾਰਿਓ, ਕਦੇ ਨਾ ਵਿਸਾਰਿਓ। ਮਹਾਰਾਜ ਕਿਰਪਾ ਕਰੋ ਸਾਹ ਸਾਹ ਦੇ ਨਾਲ ਤੁਹਾਨੂੰ ਯਾਦ ਕਰਾਂ। ਕਦੇ ਵੀ ਤੁਸੀਂ ਤੁਹਾਨੂੰ ਮੈਂ ਵਿਸਾਰਾ ਨਾ। ਜਿਉ ਜਿਉ ਸਾਹਿਬ ਮਨ ਵਸੈ, ਜਿਉ ਜਿਉ ਸਾਹਿਬ ਮਨ ਵਸੈ। ਗੁਰਮੁਖ ਅੰਮ੍ਰਿਤ ਪੀਓ, ਗੁਰਮੁਖ ਅੰਮ੍ਰਿਤ
ਜਾਂਦਾ ਹੈ ਜਿਉਂ-ਜਿਉਂ ਤਿਉਂ-ਤਿਉਂ ਗੁਰਮੁਖ ਫਿਰ ਅੰਮ੍ਰਿਤ ਪੀਂਦੇ। ਜਿਉਂ-ਜਿਉਂ ਪਿਆਰ बढ़ता ਜਾਂਦਾ ਹੈ ਤਿਉਂ-ਤਿਉਂ ਫਿਰ ਅੰਮ੍ਰਿਤ ਰਸ ਆਉਣ ਲੱਗ ਪੈਂਦਾ। ਗੁਰਮੁਖ ਅੰਮ੍ਰਿਤ ਪੀਓ, ਗੁਰਮੁਖ ਫਿਰ ਅੰਮ੍ਰਿਤ ਪੀਣ ਲੱਗ ਪੈਂਦੇ, ਅੰਮ੍ਰਿਤ ਮਿਲਦਾ ਹੈ। ਮਨ ਤਨ ਤੇਰਾ ਤੂੰ ਤਣੀ, ਮਨ ਤਨ ਤੇਰਾ ਤੂੰ ਤਣੀ, ਗਰਭ ਨਿਵਾਰ ਸਮਿਓ, ਗਰਭ ਨਿਵਾਰ ਸਮਿਓ। ਮਹਾਰਾਜ ਜੀ ਮਨ ਤੇ ਤਨ ਤੇਰਾ ਸੱਚੇ ਪਾਤਸ਼ਾਹ। ਮਹਾਰਾਜ ਗਰਭ ਨਿਵਾਰ ਸਮਿਓ। ਮਹਾਰਾਜ ਜੀ ਹੰਕਾਰ ਦੂਰ ਕਰਕੇ ਤੁਹਾਡੇ ਵਿੱਚ ਸਮਾਇਆ ਜਾ ਸਕਦਾ। ਜੇ ਹੰਕਾਰ ਦੂਰ ਨਹੀਂ ਹੁੰਦਾ, ਗਰਭ ਦੂਰ ਨਹੀਂ ਹੁੰਦਾ, ਤੇ ਸੱਚੇ ਪਾਤਸ਼ਾਹ ਤੁਹਾਡੇ ਵਿੱਚ ਸਮਾਇਆ ਨਹੀਂ ਜਾਂਦਾ। ਕਿਉਂ? ਹਉਮੈ ਨਾਮੈ ਨਾਲ ਵਿਰੋਧ ਹੈ। ਹਉਮੈ ਜੇ ਹਉਮੈ ਦੇ ਨਾਮ ਦੇ ਵਿੱਚ ਨਹੀਂ ਸਮਾ ਸਕਦਾ। ਜਿਨੇ ਜਗਤ ਉਪਾਇਆ, ਜਿਨੇ ਜਗਤ ਉਪਾਇਆ, ਤੇ ਭਵਨ ਕਰ ਆਕਾਰ, ਤੇ ਭਵਨ ਕਰ ਆਕਾਰ। ਜਿਨੇ ਜਗਤ ਪੈਦਾ ਕੀਤਾ ਹੈ, ਤਿਰ ਭਵਨ, ਤਿੰਨੇ ਭਵਨ ਸੱਚੇ ਪਾਤਸ਼ਾਹ ਜੀ ਨੇ ਬਣਾਏ ਨੇ, ਪੈਦਾ ਕੀਤੇ ਨੇ। ਸਾਰੇ ਆਕਾਰ ਉਹਨੇ ਪੈਦਾ ਕੀਤੇ ਨੇ। ਗੁਰਮੁਖ ਚਾਨਣ ਜਾਣੀਐ, ਗੁਰਮੁਖ ਚਾਨਣ ਜਾਣੀਐ, ਮਨਮੁਖ ਮੁਕਤ ਗੁਬਾਰ, ਮਨਮੁਖ ਮੁਕਤ ਗੁਬਾਰ। ਗੁਰਮੁਖਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਗਿਆਨ ਦਾ ਚਾਨਣ ਬਖਸ਼ਿਸ਼ ਕਰ ਦਿੱਤਾ ਹੈ, ਤੇ ਮਨਮੁਖ ਮੂਰਖ ਨੂੰ ਹਨੇਰੇ ਵਿੱਚ ਰੱਖਿਆ ਹੋਇਆ। ਉਹ ਹਨੇਰੇ 'ਚ ਦਿਸਦਾ ਹੀ ਕੱਖ ਨਹੀਂ। ਘਟ ਘਟ ਜੋਤ ਨਿਰੰਤਰੀ, ਘਟ ਘਟ ਜੋਤ ਨਿਰੰਤਰੀ, ਬੂਝੈ ਗੁਰਮਤਿ ਸਾਰ, ਬੂਝੈ ਗੁਰਮਤਿ ਸਾਰ। ਸੱਚੇ ਪਾਤਸ਼ਾਹ ਦੇ ਘਟ ਘਟ ਦੇ ਵਿੱਚ ਜੋਤ ਨਿਰੰਤਰ ਹੈ, ਤੇ ਗੁਰੂ ਦੀ ਮੱਤ ਦੁਆਰਾ ਬੁਝੀ ਜਾ ਸਕਦੀ। ਹੁਣ ਗੁਰੂ ਹੀ ਬੁਝਾ ਰਿਹਾ, ਨਹੀਂ ਤੇ ਮਨ ਮੱਤ ਦੁਆਰਾ ਤੇ ਪਤਾ ਨਹੀਂ ਲੱਗਦਾ ਵੀ ਘਟ ਘਟ ਦੇ ਵਿੱਚ ਜੋਤ ਹੈ। ਗੁਰਮੁਖ ਜਿਨੀ ਜਾਣਿਆ, ਗੁਰਮੁਖ ਜਿਨੀ ਜਾਣਿਆ, ਤਿਨ ਕੀਚੈ ਸਾਬਾਸ, ਤਿਨ ਕੀਚੈ ਸਾਬਾਸ। ਗੁਰਮੁਖਾਂ ਨੇ ਉਸ ਪਰਮਾਤਮਾ ਨੂੰ ਜਾਣ ਲਿਆ, ਉਹਨਾਂ ਨੂੰ ਸ਼ਾਬਾਸ਼ੇ ਦਿੰਦੇ ਨੇ ਮਹਾਰਾਜ। ਤਿਨ ਕੀਚੈ ਸਾਬਾਸ, ਉਹਨਾਂ ਨੂੰ ਸ਼ਾਬਾਸ਼ੇ ਮਹਾਰਾਜ ਸੱਚੇ ਪਾਤਸ਼ਾਹ ਦਿੰਦੇ ਨੇ। ਸੱਚੇ ਸੇਤੀ ਰਲ ਮਿਲੇ, ਸੱਚੇ ਸੇਤੀ ਰਲ ਮਿਲੇ, ਸੱਚੇ ਗੁਣ ਪ੍ਰਗਾਸ, ਸੱਚੇ ਗੁਣ ਪ੍ਰਗਾਸ। ਸੱਚੇ ਦੇ ਵਿੱਚ ਉਹ ਰਲ ਮਿਲ ਜਾਂਦੇ ਗੁਰਮੁਖ, ਤੇ ਸੱਚੇ ਦੇ ਗੁਣ ਅੰਦਰ ਪ੍ਰਗਟ ਹੋ ਜਾਂਦੇ ਨੇ, ਅੰਦਰ ਪ੍ਰਗਾਸ਼ ਹੋ ਜਾਂਦੇ ਨੇ। ਗੁਰਮੁਖਾਂ ਦੇ ਅੰਦਰ ਗੁਣ ਪ੍ਰਗਟ ਹੋ ਜਾਂਦੇ ਨੇ। ਅਵਗੁਣ ਰਹਿੰਦਾ ਹੀ ਕੋਈ ਨਹੀਂ। ਅਵਗੁਣਾਂ ਨੂੰ ਸ਼ਬਦ ਦੁਆਰਾ ਜੜਾ ਦਿੰਦੇ ਨੇ, ਤੇ ਗੁਣ ਪ੍ਰਗਟ ਹੋ ਜਾਂਦੇ ਨੇ ਗੁਰਮੁਖਾਂ ਦੇ ਅੰਦਰ। ਨਾਨਕ ਨਾਮ ਸੰਤੋਖੀਆ, ਨਾਨਕ ਨਾਮ ਸੰਤੋਖੀਆ, ਜੋ ਪਿੰਡ ਪ੍ਰਭ ਪਾਸ, ਜਿਉ ਪਿੰਡ ਪ੍ਰਭ ਪਾਸ। ਇਹ ਨਾਨਕ ਨਾਮ ਦੁਆਰਾ ਸੰਤੋਖ ਮਿਲਦਾ। ਤੇ ਫਿਰ ਇਹ ਜਿਹੜਾ ਜੀਉ ਪਿੰਡ ਹੈ, ਜੀਉ ਅੰਦਰ ਹੈ, ਇਹ ਪਿੰਡ ਸਰੀਰ ਪ੍ਰਭ ਪਾਸ। ਸੱਚੇ ਪਾਤਸ਼ਾਹ ਕਹਿੰਦੇ ਇਹ ਪਰਮਾਤਮਾ ਨੇ ਦਿੱਤੀ ਹੋਈ ਬਖਸ਼ਿਸ਼ ਹੈ। ਸ਼੍ਰੀ ਰਾਗ ਮਹਲਾ ਪਹਿਲਾ, ਸ੍ਰੀ ਰਾਗ ਮਹਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਮੇਲ ਵੇੜਾ ਹੈ ਇਹ, ਮੇਲ ਵੇੜਾ ਹੈ ਇਹ। ਇਹ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮੇਰੇ ਮਨਾ ਪਿਆਰਿਆ, ਮਨਾ ਪਿਆਰਿਆ ਮਿੱਤਰਾ, ਮਨਾ ਸੁਣ, ਇਹ ਮਿਲਣ ਦਾ ਵੇੜਾ ਜੀ। ਜਬ ਲਗ ਜੋਬਨ ਸਾਸ ਹੈ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ, ਤਬ ਲਗ ਇਹ ਤਨ ਦੇ। ਧਿਆਨ ਨਾਲ ਸੁਣ, ਜਿੰਨਾ ਚਿਰ ਇਹਦੇ ਵਿੱਚ ਸਾਸ ਚੱਲ ਰਹੇ ਨੇ, ਜਿੰਨਾ ਚਿਰ ਜੋਬਨ ਹੈ, ਜੇ ਪਾਤਸ਼ਾਹ ਕਹਿੰਦੇ ਨੇ ਤਬ ਲਗ ਇਹ ਤਨ ਦੇ, ਉਹਨਾਂ ਚਿਰ ਇਹ ਸਰੀਰ ਨੂੰ ਦੇ ਗਿਆ ਜਾਣਾ ਹੀ। ਜਦੋਂ ਸਰੀਵਾਸ ਨਿਕਲ ਜਾਂਦੇ ਨੇ, ਕਹਿੰਦੇ ਹੁਣ ਤੇ ਮਿੱਟੀ ਦੀ ਢੇਰੀ ਆ, ਹੁਣ ਇਹਦਾ ਕੰਮ ਕਹੋ ਸਾੜੋ, ਨੱਪੋ ਤੇ ਸਾੜ ਦੋ। ਕਹਿੰਦੇ ਉਹ ਹੁਣ ਮੇਲਾ ਹੀ ਉਹ ਕੀ ਕਰਨ ਦਾ,
ਬਿਨ ਗੁਣ ਕਾਮ ਨ ਆਵਈ, ਬਿਨ ਗੁਣ ਕਾਮ ਨ ਆਵਈ। ਕਹਿ ਢੇਰੀ ਤਨ ਖੇ, ਕਹਿ ਢੇਰੀ ਤਨ ਖੇ। ਬਸ ਇਹਦੇ ਉੱਤੇ ਗੁਣਾਂ ਤੋਂ ਬਿਨਾਂ ਕੋਈ ਚੀਜ਼ ਕੰਮ ਨਹੀਂ ਉਹ ਆਉਂਦੀ। ਔਗਣ ਨਹੀਂ ਉਹ ਔਗਣ ਵਿਕੜ ਪੱਲਰੀ ਕਹਿੰਦੇ ਔਗਣਾਂ ਨੂੰ, ਤੇ ਔਗਣਾਂ ਦੀ ਨਹੀਂ ਕੋਈ ਉੱਥੇ ਵੈਲਿਊ, ਗੁਣਾਂ ਦੀ ਵੈਲਿਊ ਹੀ ਉਹ। ਢਹਿ ਢੇਰੀ ਤਨ ਖੇ, ਤੇ ਕੀ ਹੋ ਜਾਣਾ ਇਹਨੇ? ਢਹਿ ਕੇ ਢੇਰੀ ਹੋ ਜਾਣੀ ਤੇ ਖੇ ਹੋ ਜਾਣੀ ਉਹ ਜਿਹਦਾ ਇੰਨਾ ਮਾਣ ਕਰਦਾ ਤੂੰ। ਕਹਿੰਦੇ ਕੀ ਕਰ? ਕਹਿੰਦੇ ਗੁਣ ਇਕੱਠੇ ਕਰ। ਮੇਰੇ ਮਨ ਲੈ ਲਾਹਾ ਘਰ ਜਾਏ, ਮੇਰੇ ਮਨ ਲੈ ਲਾਹਾ ਘਰ ਜਾਏ। ਮੇਰੇ ਮਨਾ ਲਾਹਾ ਲੈ ਕੇ ਆਪਣੇ ਘਰ ਚਲਿਆ ਜਾ। ਜੇ ਘਰ ਨਾ ਗਿਓ ਬੜੇ ਧੱਕੇ ਮਿਲਣੇ। ਹੁਣ ਜੇ ਰਾਤ ਨੂੰ ਕੋਈ ਘਰ ਨਾ ਆਪਣੇ ਆਵੇ, ਕੋਈ ਨਸ਼ੇ ਜਿਹੀ ਹੋਵੇ, ਤੇ ਫਿਰ ਬਾਹਰ ਕਈ ਤੇ ਕੋਰੇ 'ਚ ਹੀ ਮਰ ਜਾਂਦੇ, ਡਿੱਗਦੇ ਢਹਿੰਦੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਮੇਰੇ ਮਨਾ ਤੂੰ ਲਾਹਾ ਲੈ ਕੇ ਆਪਣੇ ਨਿੱਜ ਘਰ ਦੇ ਵਿੱਚ ਚਲਿਆ ਜਾ। ਇਹ ਨਾਮ ਸਾਨੂੰ ਨਿੱਜ ਘਰ ਦੇ ਵਿੱਚ ਲੈ ਜਾਏਗਾ। ਸੁੱਖ ਉੱਥੇ ਹੀ ਆ, ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ, ਬਾਹਰ ਨਾ ਹੋਏਗੋ ਤੇਰਾ। ਕਹਿੰਦੇ ਦੁਬਾਰਾ ਤੇਰਾ ਆਉਣਾ ਜਾਣਾ ਨਹੀਂ ਹੋਏਗਾ। ਤੂੰ ਕੀ ਕਰ? ਨਿੱਜ ਮਹਿਲ ਦੇ ਵਿੱਚ ਵਾਸ ਕਰ ਲੈ। ਨਿੱਜ ਮਹਿਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਖੜਨਾ ਹੈ। ਗੁਰਮੁਖ ਨਾਮ ਸਲਾਹੀਐ, ਗੁਰਮੁਖ ਨਾਮ ਸਲਾਹੀਐ। ਮੈਂ ਨਿਵਰੀ ਪਾਹੇ, ਮੈਂ ਨਿਵਰੀ ਪਾਹੇ। ਰਹਾਉ ਰਹਾਉ। ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਨਾਮ ਨੂੰ ਸਲਾਉਣਾ ਕਰਦੇ ਨੇ, ਤੇ ਹਉਮੈ ਨਿਵਰੀ ਪਾਹੇ, ਹਉਮੈ ਖਤਮ ਹੋ ਜਾਂਦੀ ਹੈ ਨਾਮ ਦੇ ਨਾਲ, ਜਪਣ ਦੇ ਨਾਲ, ਸਲਾਉਣ ਦੇ ਨਾਲ। ਸੁਣ ਸੁਣ ਗੰਢਣ ਗੰਢੀਐ, ਸੁਣ ਸੁਣ ਗੰਢਣ ਗੰਢੀਐ। ਲੇਖ ਪੜ ਬੁਝੇ ਭਾਰ, ਲੇਖ ਪੜ ਬੁਝੇ ਭਾਰ। ਸੁਣ ਸੁਣ ਕੇ ਗੰਢ ਪੈਂਦੀ ਹੈ, ਸੁਣ ਸੁਣ ਕੇ ਪਿਆਰ ਪੈਦਾ ਹੁੰਦਾ। ਹੁਣ ਜਿਉਂ ਜਿਉਂ ਪਰਮਾਤਮਾ ਦੀ ਸਿਫਤ ਸੁਣਦੇ ਆ, ਮਨ ਸਾਡਾ ਪਿਆਰ ਬਣਦਾ ਜਾ ਰਿਹਾ। ਸੁਣ ਸੁਣ ਗੰਢਣ ਗੰਢੀਐ, ਲਿਖ ਪੜ ਬੁਝ ਭਾਰ। ਸੱਚੇ ਪਾਤਸ਼ਾਹ ਕਹਿੰਦੇ ਲਿਖਿਆ ਕਰ, ਪੜ ਤੇ ਇਹਨੂੰ ਬੁੱਝ, ਤੈਨੂੰ ਪਤਾ ਲੱਗ ਜੇ, ਤੈਨੂੰ ਭੇਦ ਆ ਜੇ। ਤ੍ਰਿਸ਼ਨਾ ਅਹਨਿਸ ਅਗਲੀ, ਤ੍ਰਿਸ਼ਨਾ ਅਹਨਿਸ ਅਗਲੀ। ਮੈਂ ਰੋਗ ਵਿਕਾਰ, ਹਉਮੈ ਰੋਗ ਵਿਕਾਰ। ਰਾਤ ਦਿਨ ਤ੍ਰਿਸ਼ਨਾ ਦੁਖੀ ਕਰਦੀ ਹੈ। ਹਉਮੈ ਦਾ ਰੋਗ ਬੜਾ ਵਿਕਾਰ ਪੈਦਾ ਕਰਦਾ ਹੈ। ਤ੍ਰਿਸ਼ਨਾ ਅੱਗ ਪੈਦਾ ਕਰਦੀ ਹੈ। ਰਾਤ ਦਿਨ ਜੀ ਤ੍ਰਿਸ਼ਨਾ ਦੀ ਅੱਗ 'ਚ ਜਲ ਰਿਹਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਬੇਪਰਵਾਹ ਅਤੁਲਵਾ, ਉਹ ਬੇਪਰਵਾਹ ਅਤੁਲਵਾ। ਗੁਰਮਤਿ ਕੀਮਤ ਸਾਰ, ਗੁਰਮਤਿ ਕੀਮਤ ਸਾਰ। ਪਾਤਸ਼ਾਹ ਕਹਿੰਦੇ ਉਹ ਬੇਪਰਵਾਹ ਹੈ, ਉਹ ਤੋਲਿਆ ਨਹੀਂ ਜਾ ਸਕਦਾ, ਅਤੋਲ ਹੈ। ਸੱਚੇ ਪਾਤਸ਼ਾਹ ਕਹਿੰਦੇ ਗੁਰਮਤਿ ਕੀਮਤ ਸਾਰ। ਗੁਰੂ ਦੀ ਮੱਤ ਦੁਆਰਾ ਉਹਦੀ ਕੀਮਤ ਪੈ ਸਕਦੀ ਹੈ, ਗੁਰੂ ਦੀ ਮੱਤ ਦੁਆਰਾ ਜਾਣਿਆ ਜਾ ਸਕਦਾ। ਉਸ ਤਰ੍ਹਾਂ ਨਹੀਂ ਉਹਦਾ ਭੇਦ ਆਉਂਦਾ। ਕਹਿੰਦੇ ਬੜੇ ਬੜੇ ਥੱਕ ਗਏ ਪਰ ਭੇਦ ਨਹੀਂ ਆਇਆ। ਗੁਰੂ ਦੀ ਮੱਤ ਦੁਆਰਾ ਸਹਿ ਸੁਭਾਏ ਭੇਦ ਆ ਗਿਆ। ਲੱਖ ਸਿਆਣਪ ਜੇ ਕਰੀ, ਲੱਖ ਸਿਆਣਪ ਜੇ ਕਰੀ। ਲੱਖ ਸਿਓ ਪ੍ਰੀਤ ਮਿਲਾਪ, ਲੱਖ ਸਿਓ ਪ੍ਰੀਤ ਮਿਲਾਪ। ਬੇਸ਼ੱਕ ਲੱਖਾਂ ਸਿਆਣਪਾਂ ਕਰੀਬ ਜਾ, ਲੱਖਾਂ ਦੇ ਨਾਲ ਪ੍ਰੀਤ ਪਾ, ਲੱਖਾਂ ਦੇ ਨਾਲ ਮਿਲਾਪ ਹੋਵੇ ਤੇਰਾ। ਲੱਖਾਂ ਲੋਕ ਤੈਨੂੰ ਜਾਣਦੇ ਹੁਣ, ਬੜਾ ਪਿਆਰ ਤੂੰ ਬਣਾ ਕੇ ਰੱਖੇ। ਬਿਨ ਸੰਗਤ ਸਾਧ ਨਾ ਤਰਾਪੀਆ, ਬਿਨ ਸੰਗਤ ਸਾਧ ਨ ਤਰਾਪੀਆ। ਨਾਮ ਦੁਖ ਸੰਤਾਪ, ਬਿਨ ਨਾਮੈ ਦੁਖ ਸੰਤਾਪ। ਸਾਧੂਆਂ ਦੀ ਸੰਗਤ ਤੋਂ ਬਿਨਾਂ ਤੇਰਾ ਮਨ ਟਿਕੇਗਾ ਨਹੀਂ, ਤਰਾਪੇਗਾ ਨਹੀਂ। ਬਿਨ ਨਾਮੈ ਦੁਖ ਸੰਤਾਪ। ਕਹਿੰਦੇ ਨਾਮ ਤੋਂ ਬਿਨਾਂ ਦੁਖੀ ਰਹੇਗਾ ਤੇ ਸਦਾ ਹੀ ਸੰਤਾਪ 'ਚ ਰਹੇਗਾ। ਹਰ ਜਪ ਜੀਅਰੇ ਛੁੱਟੀਐ, ਹਰ ਜਪ ਜੀਅਰੇ ਛੁੱਟੀਐ। ਗੁਰਮੁਖ
ਗੁਰਮੁਖ ਚੀਨੈ ਆਪ। ਜੇ ਪਾਤਸ਼ਾਹ ਜੀ ਕਹਿੰਦੇ ਹਰੀ ਪਰਮਾਤਮਾ ਨੂੰ ਜਪ ਕੇ ਇਹ ਜੀ ਤੂੰ ਛੁੱਟ ਸਕਦਾ ਹੈ, ਤੂੰ ਛੁੱਟ ਜਾਏਗਾ। ਗੁਰਮੁਖ ਚੀਨੈ ਆਪ, ਗੁਰਮੁਖ ਆਪਣੇ ਆਪ ਨੂੰ ਚੀਨਦੇ ਨੇ, ਖੋਜਦੇ ਨੇ। ਤਨ ਮਨ ਗੁਰ ਪੈ ਵਿਚਿਆ, ਤਨ ਮਨ ਗੁਰ ਪੈ ਵਿਚਿਆ। ਮਨ ਦੀਆ ਸਿਰ ਨਾਲ, ਮਨ ਦੀਆ ਸਿਰ ਨਾਲ। ਗੁਰਮੁਖਾਂ ਨੇ ਤਨ ਮਨ ਗੁਰੂ ਦੇ ਅੱਗੇ ਵੇਚ ਦਿੱਤਾ ਹੈ, ਵੇਚ ਦਿੱਤਾ ਹੈ। ਤੇ ਮਨ ਦੀਆ, ਮਨ ਅਰਪਣ ਕਰ ਦਿੱਤਾ, ਸਿਰ ਨਾਲ ਸਭ ਕੁਝ ਹੀ ਅਰਪਣ ਕਰ ਦਿੱਤਾ, ਸਿਰ ਵੀ ਬਖਸ਼ਿਸ਼ ਕਰ ਦਿੱਤਾ ਹੈ। ਤੇਰ ਭਾਵਨ ਖੋਜ ਢੰਡੋਲਿਆ, ਤੇਰ ਭਾਵਨ ਖੋਜ ਢੰਡੋਲਿਆ। ਗੁਰਮੁਖ ਖੋਜ ਨਿਹਾਲ, ਗੁਰਮੁਖ ਖੋਜ ਨਿਹਾਲ। ਤੇਰ ਭਾਵਨ ਖੋਜ ਖੋਜ ਕੇ ਢੰਡੋਲ ਕੇ ਵੇਖਿਆ। ਕਹਿੰਦੇ ਉਹਨਾਂ ਦੇ ਵਿੱਚ ਕੀ ਹੈ? ਗੁਰਮੁਖ ਖੋਜ ਨਿਹਾਲ। ਗੁਰਮੁਖਾਂ ਨੇ ਆਪਣੇ ਆਪ ਨੂੰ ਖੋਜਿਆ, ਨਿਹਾਲ ਹੋ ਗਏ। ਤੇਰ ਭਾਵਨ ਬਾਹਰੋਂ ਲੱਭਿਆ, ਬਾਹਰੋਂ ਨਹੀਂ ਲੱਭਿਆ। ਗੁਰਮੁਖਾਂ ਨੇ ਅੰਦਰੋਂ ਖੋਜਿਆ, ਨਿਹਾਲ ਹੋ ਗਏ। ਸਤਿਗੁਰ ਮੇਲ ਮਿਲਾਇਆ, ਸਤਿਗੁਰ ਮੇਲ ਮਿਲਾਇਆ। ਨਾਨਕ ਸੋ ਪ੍ਰਭ ਨਾਲ, ਨਾਨਕ ਸੋ ਪ੍ਰਭ ਨਾਲ। ਸਤਿਗੁਰ ਨੇ ਕਿਰਪਾ ਕੀਤੀ, ਕੀ ਕੀਤਾ? ਮਿਲਾਪ ਕਰਵਾ ਦਿੱਤਾ। ਕੀ ਕਰਵਾਤਾ ਹੈ? ਨਾਨਕ ਪਰਮਾਤਮਾ ਨਾਲ ਵਿਖਾ ਦਿੱਤਾ, ਪਰਮਾਤਮਾ ਨਾਲ ਵਿਖਾ ਦਿੱਤਾ। ਹਾਂਜੀ, ਏਡਾ ਵੱਡਾ ਗੁਰੂ ਦੀ ਮਹਿਮਾ ਹੈ, ਸਤਿਗੁਰਾਂ ਦੀ ਮਹਿਮਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਖਾੜਦੇ ਹਨ। ਸੋ ਆਪਾਂ ਪਿਆਰ ਸੱਚੇ ਪਾਤਸ਼ਾਹ ਜੀ ਦੇ ਨਾਲ ਪਿਆਰ ਨੂੰ ਪਾਉਣਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜੇ ਪਿਆਰ ਪਾਉਂਦੇ ਨੇ ਉਹ ਪਰਮਾਤਮਾ ਨੂੰ ਮਿਲ ਲੈਂਦੇ। ਸੋ ਇਸ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰਨ, ਪੁੰਜਾਂ ਖੁਦਾ ਦੀ ਖਿਮਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ